ਸੋ ਸਟਾਰਟ ਕਰ ਰਹੇ ਹਾਂ। ਕਲਾਸ 6 ਦਾ 3rd ਚੈਪਟਰ ਹੈ ਸੰਖਿਆਵਾਂ ਨਾਲ ਖੇਡਣਾ, ਮਤਲਬ ਨੰਬਰ ਨਾਲ ਪਲੇ ਕਰਨਾ। ਟੋਟਲ 14 ਚੈਪਟਰ ਆ। ਮੈਂ ਸੋਚਿਆ ਸੀ ਕਿ ਅੱਜ ਹਾਫ ਜੋ ਹੈ ਮੈਥ ਕੰਪਲੀਟ ਕਰ ਲਾਂਗੇ, ਲੇਕਿਨ 4 ਹੀ ਜਾਂ 5 ਹੀ ਚੈਪਟਰ ਹੋ ਪਾਉਣਗੇ। ਦੇਖਦੇ ਹਾਂ ਬਾਕੀ ਕਿੰਨੇ ਹੁੰਦੇ ਆ। ਸੋ 3rd ਚੈਪਟਰ ਹੈ ਸੰਖਿਆਵਾਂ ਨਾਲ ਖੇਡਣਾ। ਇਹਦੇ ਵਿੱਚ ਕੀ ਹੈ ਆਪਾਂ ਦੇਖਾਂਗੇ, ਫੈਕਟਰ ਦੇਖਾਂਗੇ, ਡਿਵੀਜ਼ਨ, ਜੋ ਚੀਜ਼ਾਂ ਹੋਣਗੀਆਂ ਉਹ ਦੇਖਦੇ ਜਾਵਾਂਗੇ ਕ੍ਰਮਵਾਰ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਗੁਣਨਖੰਡ। ਫੈਕਟਰ ਕੀ ਹੁੰਦੇ ਆ? ਜਿਵੇਂ ਤੁਹਾਨੂੰ ਕੋਈ ਪੇਪਰ ਦੇ ਵਿੱਚ ਕੁਐਸਚਨ ਪੁੱਛ ਲਿਆ ਜਾਏ ਕਿ 6 ਦੇ ਗੁਣਨਖੰਡ ਲਿਖੋ, 6 ਦਾ ਕੋਈ ਗੁਣਨਖੰਡ ਦੱਸੋ। ਆਪਸ਼ਨ ਦਿੱਤੀਆਂ ਹੋਣਗੀਆਂ, ਤੁਸੀਂ ਕੀ ਦੱਸੋਗੇ? 6 ਦੇ ਗੁਣਨਖੰਡ ਦੇ ਵਿੱਚ ਪਹਿਲਾਂ ਤਾਂ 1 2 ਔਰ 3 ਤੇ 6। ਠੀਕ ਹੈ, ਹਰੇਕ ਨੰਬਰ ਦੇ ਵਿੱਚ ਗੁਣਨਖੰਡ ਦੇ ਵਿੱਚ ਇੱਕ ਤਾਂ 1 ਆਏਗਾ ਔਰ ਇੱਕੋ ਸੰਖਿਆ ਆਏਗੀ। ਮੰਨ ਕੇ ਚਲੋ 14 ਦੇ ਗੁਣਨਖੰਡ ਕਹਿ ਦਿੱਤਾ ਤਾਂ 1 ਤਾਂ ਆਏਗਾ ਔਰ ਨਾਲ 14 ਵੀ ਆਏਗਾ। ਇਹ ਦੋ ਗੁਣਨਖੰਡ ਤਾਂ ਹੋਣਗੇ। ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਹੋਣਗੇ? 2 ਹੋਏਗਾ ਕਿਉਂਕਿ 2 ਤੇ ਡਿਵਾਈਡ ਹੁੰਦਾ ਹੈ 14। ਠੀਕ ਹੈ, 7 ਹੋਏਗਾ, 7 ਤੇ ਵੀ ਡਿਵਾਈਡ ਹੁੰਦਾ ਹੈ। ਠੀਕ ਹੈ, ਇਹ ਕੀ ਆ? ਫੈਕਟਰ ਹੁੰਦੇ ਆ। ਫੈਕਟਰ ਮਤਲਬ ਉਸ ਨੂੰ ਭਾਗ ਕਰਨ ਵਾਲੇ। ਠੀਕ ਹੈ, ਉਸ ਦੇ ਟੋਟੇ ਕਰਨ ਵਾਲੇ, ਉਹਨਾਂ ਨੂੰ ਕੀ ਕਹਿੰਦੇ ਆ? ਗੁਣਨਖੰਡ। ਠੀਕ ਹੈ, ਜਿਵੇਂ ਇੱਕ ਹੋਰ ਐਗਜ਼ਾਮਪਲ ਲੈਂਦੇ ਆ ਕਿ 12 ਦੇ ਫੈਕਟਰ ਦੱਸੋ। 12 ਦੇ ਕਿਹੜੇ ਕਿਹੜੇ ਫੈਕਟਰ ਹੋਣਗੇ? 1 ਹੋਏਗਾ ਔਰ 12 ਤਾਂ ਹੋਏਗਾ ਹੀ। ਠੀਕ ਹੈ, ਇੱਕ ਤਾਂ ਹੋਏਗਾ ਹਰੇਕ ਨੰਬਰ ਦਾ ਔਰ ਨਾਲ ਉਹ ਨੰਬਰ ਵੀ ਹੋਏਗਾ। ਹੋਰ ਕਿਹੜੇ ਕਿਹੜੇ ਹੋਣਗੇ? 2 ਨਾਲ ਵੀ ਡਿਵਾਈਡ ਹੁੰਦਾ 12, 3 ਨਾਲ ਵੀ, 4 ਨਾਲ ਵੀ ਔਰ 6 ਨਾਲ ਵੀ। ਇਹ ਕੀ ਆ? ਫੈਕਟਰ ਨੇ। ਠੀਕ ਹੈ, ਮਤਲਬ ਉਸ ਨੂੰ ਭਾਗ ਕਰਦੇ ਆ, ਉਹਨੂੰ ਕੀ ਕਹਿੰਦੇ ਆ? ਫੈਕਟਰ। ਠੀਕ ਹੈ, ਫੈਕਟਰ ਮਤਲਬ ਉਸ ਦੇ ਜੋ ਹੈ ਭਾਗ ਹੀ ਹੋਣ, ਮਤਲਬ ਉਸ ਦੇ ਹੀ ਟੋਟੇ ਹੋਣ, ਉਸ ਨੂੰ ਕਹਿੰਦੇ ਆ। ਫਿਰ ਆਪਾਂ ਦੇਖਦੇ ਹਾਂ ਭਾਜਕ। ਠੀਕ ਹੈ, ਭਾਜਕ ਕੀ ਹੁੰਦਾ ਹੈ? ਮੰਨ ਕੇ ਚੱਲੋ ਜੇਕਰ ਤੁਹਾਨੂੰ 6 ਦਾ ਭਾਜਕ ਪੁੱਛ ਲਿਆ ਜਾਏ ਤਾਂ 6 ਦੇ ਭਾਜਕ ਕਿਹੜੇ ਕਿਹੜੇ ਹੋਣਗੇ? ਮਤਲਬ ਉਸ ਨੂੰ ਡਿਵਾਈਡ ਕੌਣ ਕਰਦਾ? 6 ਨੂੰ। 6 ਨੂੰ 2 ਅੰਕੀ ਡਿਵਾਈਡ ਕਰ ਰਹੇ ਆ, 2 ਤੇ 3। ਠੀਕ ਹੈ, 12 ਦੇ ਭਾਜਕ ਕਿਹੜੇ ਕਿਹੜੇ ਆ? 2 3 ਤੇ 4। ਠੀਕ ਹੈ, ਇਸ ਤੋਂ ਇਲਾਵਾ ਇੱਕ ਵੀ ਭਾਜਕ ਹੈ ਔਰ 6 ਵੀ ਭਾਜਕ ਹੈ। ਮਤਲਬ ਇੱਕ ਸੰਖਿਆ ਦਾ ਉਹ ਇੱਕ ਖੁਦ ਵੀ ਭਾਜਕ ਹੈ ਔਰ ਇੱਕ ਵੀ ਭਾਜਕ ਹੈ। ਠੀਕ ਹੈ, ਇਹ ਕੀ ਆ? ਭਾਜਕ ਹੁੰਦੇ ਆ, ਮਤਲਬ ਜੋ ਉਸ ਨੂੰ ਡਿਵਾਈਡ ਕਰਦੇ ਆ। ਕਿਸੇ ਵੀ ਸੰਖਿਆ ਨੂੰ ਪੂਰੀ ਤਰ੍ਹਾਂ ਭਾਗ ਕਰਨ ਵਾਲੇ ਭਾਜਕ ਹੀ ਉਸ ਦੇ ਗੁਣਨਖੰਡ ਹੁੰਦੇ ਆ। ਮਤਲਬ ਜੋ ਕਿਸੇ ਸੰਖਿਆ ਨੂੰ ਪੂਰੀ ਤਰ੍ਹਾਂ ਭਾਗ ਕਰ ਰਹੇ ਆ ਉਹੀ ਉਸ ਦੇ ਫੈਕਟਰ ਨੇ। ਜਿਵੇਂ ਮੰਨ ਕੇ ਚੱਲੋ ਇੱਕ ਹੋਰ ਐਗਜ਼ਾਮਪਲ ਲੈ ਲੈਂਦੇ ਆ ਜੋ ਇਹਦੇ ਵਿੱਚ ਨਹੀਂ ਲਿਖੀ ਹੋਈ। 21 ਦੇ ਤੁਹਾਨੂੰ ਫੈਕਟਰ ਕਹਿ ਦਿੱਤੇ ਜਾਣ ਕਿ ਕਿਹੜੇ ਕਿਹੜੇ ਫੈਕਟਰ ਆ। ਇੱਕ ਤਾਂ 1 ਹੋਏਗਾ ਔਰ ਇੱਕ 21 ਹੋਏਗਾ। ਠੀਕ ਹੈ, ਇਸ ਤੋਂ ਇਲਾਵਾ 2 ਨਹੀਂ ਹੋ ਸਕਦਾ, 3 ਹੋਏਗਾ। ਠੀਕ ਹੈ, 3 ਤੋਂ ਬਾਅਦ ਕੀ ਆਉਂਦਾ? 4 ਆਉਂਦਾ, 4 ਨਹੀਂ ਹੋ ਸਕਦਾ। 5 ਆਉਂਦਾ, 5 ਵੀ ਨਹੀਂ ਹੋ ਸਕਦਾ। 6 ਆਉਂਦਾ, 6 ਨਹੀਂ ਹੋ ਸਕਦਾ। 7 ਹੁੰਦਾ ਕਿਉਂਕਿ 7 ਜੋ ਹੈ 21 ਨੂੰ ਡਿਵਾਈਡ ਕਰ ਰਿਹਾ। ਠੀਕ ਹੈ, ਇਸ ਤੋਂ ਬਾਅਦ ਕੋਈ ਹੋਰ ਅੱਖਰ ਨਹੀਂ ਡਿਵਾਈਡ ਕਰਦਾ 21 ਨੂੰ ਸਿਵਾਏ 21 ਤੋਂ। ਠੀਕ ਹੈ, ਕਿਹੜੇ ਕਿਹੜੇ ਫੈਕਟਰ ਹੋ ਗਏ? 1 3 7 ਔਰ 21। ਇਹ ਕੀ ਆ? 21 ਦੇ ਫੈਕਟਰ ਨੇ। ਓਕੇ, ਹੋਰ ਇੱਕ ਐਗਜ਼ਾਮਪਲ ਲੈ ਲੈਂਦੇ ਆ ਤੁਹਾਨੂੰ ਜੋ ਹੈ ਤਾਂ ਕਿ ਪੂਰੀ ਤਰ੍ਹਾਂ ਕਲੀਅਰ ਹੋ ਜਾਏ ਕਿ ਫੈਕਟਰ ਕੀ ਹੁੰਦੇ ਆ। ਮੰਨ ਕੇ ਚੱਲੋ 18 ਲੈ ਲਿਆ। 18 ਦੇ ਗੁਣਨਖੰਡ ਅਗਰ ਤੁਹਾਨੂੰ ਪੁੱਛ ਲਿਆ, ਇੱਕ ਤਾਂ 1 ਹੋਏਗਾ ਔਰ ਇੱਕ 18 ਤਾਂ ਹੋਏਗਾ। ਇਸ ਤੋਂ ਇਲਾਵਾ ਕਿਹੜੇ ਕਿਹੜੇ ਹੋਣਗੇ? 2 ਨਾਲ ਡਿਵਾਈਡ ਹੁੰਦਾ ਹੈ, 3 ਨਾਲ ਹੁੰਦਾ ਹੈ, ਇਸ ਤੋਂ ਇਲਾਵਾ 6 ਨਾਲ ਹੁੰਦਾ ਹੈ, 9 ਨਾਲ ਹੁੰਦਾ ਹੈ। ਇਹ ਕੀ ਆ? ਫੈਕਟਰ ਨੇ। ਠੀਕ ਹੈ, 1 2 3 6 9 18। ਇਹ ਕੀ ਆ? 18 ਦੇ ਫੈਕਟਰ ਨੇ। ਓਕੇ, ਹੋਪ ਕਿ ਤੁਹਾਨੂੰ ਫੈਕਟਰ ਜੋ ਹੈ ਕਲੀਅਰ ਹੋ ਗਏ ਹੋਣਗੇ। ਇੱਕ ਹੋਰ ਹੈ ਗੁਣਨਖੰਡ ਨੂੰ ਹੋਰ ਕੀ ਅਗਰ ਟਰਮ ਹੀ ਆ ਜਾਏ ਕਿ ਇਹ ਇਸ ਨੂੰ ਕੀ ਕਹਿੰਦੇ ਆ? ਕਿਸੇ ਸੰਖਿਆ ਦੇ ਗੁਣਨਖੰਡ ਉਸ ਦਾ ਪੂਰਾ ਪੂਰਾ ਭਾਜਕ ਹੁੰਦੇ ਨੇ। ਕੋਈ ਵੀ ਸੰਖਿਆ ਦੇ ਜੋ ਗੁਣਨਖੰਡ ਹੋਣਗੇ ਉਸ ਨੂੰ ਪੂਰਾ ਪੂਰਾ ਭਾਗ ਕਰਦੇ ਆ। ਠੀਕ ਹੈ, ਮਤਲਬ ਥੱਲੇ ਕੀ ਆ? ਨਿਲ ਬਟੇ ਸਨਾਟਾ ਹੀ ਆਉਂਦਾ। ਜਦੋਂ ਮੰਨ ਕੇ ਚੱਲੋ 6 ਨੂੰ ਆਪਾਂ 2 ਨਾਲ ਡਿਵਾਈਡ ਕਰਦੇ ਆ ਤਾਂ ਕੀ ਆ? 3 ਆ ਜਾਂਦਾ, ਇੱਥੇ 6 ਆ ਜਾਂਦਾ। ਥੱਲੇ ਕੀ ਆ ਗਿਆ? ਨਿਲ ਬਟਾ ਸਨਾਟਾ, ਮਤਲਬ 0 ਬਚਦੀ ਆ ਥੱਲੇ। ਮਤਲਬ ਕੀ ਆ? ਪੂਰੇ ਪੂਰੇ ਭਾਜਕ ਨੇ ਜੋ ਵੀ ਉਸਦੇ ਫੈਕਟਰ ਹੋਣਗੇ। ਗੁਣਨਖੰਡ ਅਤੇ ਗੁਣਨਜ ਕੀ ਹੁੰਦੇ ਆ? ਦੋਨਾਂ ਦੇ ਵਿੱਚ ਕੀ ਡਿਫਰੈਂਸ ਹੈ? ਇਹਨਾਂ ਨੂੰ ਲੈ ਕੇ ਕਾਫੀ ਸਾਰੀ ਕਨਫਿਊਜ਼ਨ ਐਗਜ਼ਾਮ ਹਾਲ ਦੇ ਵਿੱਚ ਆਪਾਂ ਨੂੰ ਹੁੰਦੀ ਹੈ। ਫੈਕਟਰ ਤਾਂ ਤੁਹਾਨੂੰ ਕਲੀਅਰ ਹੋ ਹੀ ਗਏ ਕਿ ਫੈਕਟਰ ਕੀ ਹੁੰਦੇ ਆ? ਜੋ ਉਸ ਨੂੰ ਸੰਖਿਆ ਨੂੰ ਪੂਰੀ ਤਰ੍ਹਾਂ ਭਾਜ ਕਰਦੇ ਆ। ਠੀਕ ਹੈ, ਜਿਵੇਂ ਮੰਨ ਕੇ ਚੱਲੋ ਇੱਕ ਐਗਜ਼ਾਮਪਲ ਲਿਖੀ ਹੋਈ ਹੈ 4 ਅਤੇ 5। 4 ਅਤੇ 5 ਕੀ ਆ? ਗੁਣਨਖੰਡ ਨੇ। 20 ਉਸ ਦਾ ਕੀ ਹੈ? ਗੁਣਨਜ ਹੈ। 20 ਉਸ ਦਾ ਕੀ ਹੈ? ਗੁਣਨਜ ਹੈ।
ਇਸ ਤੋਂ ਇਲਾਵਾ 20 ਦੇ ਗੁਣਜ ਕੀ ਹੋਣਗੇ? ਮਤਲਬ 20 ਦਾ ਟੇਬਲ ਹੀ ਲਿਖ ਦਿਓ। 20 40 60 80 100 ਇਹ ਕੀ ਆ? 20 ਦੇ ਗੁਣਜ ਨੇ, ਮਤਲਬ 20 ਦੇ ਟੇਬਲ ਦੇ ਵਿੱਚ ਆ ਰਹੇ ਆ। ਠੀਕ ਹੈ, ਕੀ ਹੁੰਦੇ ਆ ਉਹਨਾਂ ਨੂੰ? ਕੀ ਕਹਿੰਦੇ ਆ? ਗੁਣਜ ਕਹਿੰਦੇ ਆ, ਜੋ ਉਸਦੇ ਟੇਬਲ ਵਿੱਚ ਆਉਂਦੇ ਆ। ਜਿਵੇਂ ਤੁਹਾਨੂੰ ਪੁੱਛ ਲਿਆ ਜਾਏ ਕਿ 10 ਦੇ ਗੁਣਜ ਕਿਹੜੇ ਕਿਹੜੇ ਆ, 10 ਦੇ ਕਿਹੜੇ ਕਿਹੜੇ ਹੋਣਗੇ? 10 ਤੋਂ ਛੋਟਾ ਤਾਂ ਹੋ ਹੀ ਨਹੀਂ ਸਕਦਾ। 10 ਹੋਏਗਾ, 20 ਹੋਏਗਾ, 30 ਹੋਏਗਾ, 40 ਹੋਏਗਾ। 10 ਦੇ ਟੇਬਲ ਦੇ ਵਿੱਚ ਇਹੀ ਆ ਰਹੇ ਆ। ਇਹ ਕੀ ਆ? ਉਸਦੇ ਗੁਣਜ ਨੇ। ਠੀਕ ਹੈ, ਗੁਣਜ ਦੇ ਲਈ ਕੀ ਡੈਫੀਨੇਸ਼ਨ ਮੈਥ ਦੇ ਵਿੱਚ ਲਿਖੀ ਜਾਂਦੀ ਆ, ਉਹ ਆਪਾਂ ਰੀਡ ਕਰ ਲੈਂਦੇ ਆ ਹੁਣੇ। ਗੁਣਜ ਕਿਹੜੀਆਂ ਸੰਖਿਆਵਾਂ ਹੁੰਦੀਆਂ? ਗੁਣਜ ਉਹ ਸੰਖਿਆਵਾਂ ਨੇ, ਗੁਣਜ ਉਹ ਸੰਖਿਆਵਾਂ ਦੇ ਬਰਾਬਰ ਅਤੇ ਉਸ ਤੋਂ ਵੱਡਾ ਹੁੰਦਾ ਹੈ। ਮਤਲਬ ਉਹ ਸੰਖਿਆਵਾਂ ਦੇ ਬਰਾਬਰ ਅਤੇ ਉਸ ਤੋਂ ਵੱਡਾ ਹੁੰਦਾ ਹੈ। ਮਤਲਬ ਜੇਕਰ ਤੁਹਾਨੂੰ ਕੋਈ ਗੁਣਜ ਪੁੱਛ ਰਿਹਾ ਹੈ 10 ਦੇ ਗੁਣਜ ਦੱਸੋ, ਤਾਂ 10 ਤੋਂ ਛੋਟਾ ਤਾਂ ਕੋਈ ਗੁਣਜ ਹੋਏਗਾ ਹੀ ਨਹੀਂ 10 ਦਾ। 10 ਤੋਂ ਵੱਡੇ ਹੋਣਗੇ ਔਰ ਉਸਦੇ ਬਰਾਬਰ ਹੋਣਗੇ। ਬਰਾਬਰ ਤਾਂ ਮਤਲਬ 10 ਦਾ ਬਰਾਬਰ 10 ਹੀ ਹੈ, ਔਰ ਉਸ ਤੋਂ ਵੱਡਾ ਕੀ ਹੈ? 20 ਹੈ, 30 ਹੈ, 40 ਹੈ। ਇਹ ਕੀ ਹੈ? ਇਸ ਤੋਂ ਵੱਡੇ ਨੇ। ਠੀਕ ਹੈ, ਇਸ ਨੂੰ ਕੀ ਕਹਿੰਦੇ ਆ? ਗੁਣਜ ਕਹਿੰਦੇ ਆ। ਓਕੇ, ਅੱਗੇ ਦੇਖਦੇ ਹਾਂ। ਜਿਵੇਂ ਕਿ ਮੈਂ ਪਹਿਲਾਂ ਦੱਸਿਆ ਸੀ, ਕੁਝ ਫੈਕਟ ਆ। ਇੱਕ ਕੀ ਆ? ਹਰੇਕ ਸੰਖਿਆ ਦਾ ਗੁਣਨਖੰਡ ਹੈ। ਕੋਈ ਵੀ ਸੰਖਿਆ ਹੋਏਗੀ ਉਸਦਾ ਇੱਕ ਗੁਣਨਖੰਡ ਹੈ ਤੇ ਇੱਕ ਉਹ ਖੁਦ ਸੰਖਿਆ ਹੋਏਗੀ। ਠੀਕ ਹੈ, ਹਰੇਕ ਸੰਖਿਆ ਕੀ ਹੈ? ਆਪਣੇ ਆਪ ਦਾ ਵੀ ਗੁਣਨਖੰਡ ਹੁੰਦੀ ਹੈ। ਜਿਵੇਂ 18 ਦਾ ਗੁਣਨਖੰਡ 18 ਹੈ। ਠੀਕ ਹੈ, ਔਰ 18 ਦਾ ਗੁਣਨਖੰਡ 1 ਵੀ ਹੈ। ਮਤਲਬ ਇੱਕ ਕੀ ਹੈ? ਹਰੇਕ ਸੰਖਿਆ ਦਾ ਫੈਕਟਰ ਹੈ। ਔਰ ਇੱਕ ਖੁਦ ਸੰਖਿਆ ਕੀ ਹੈ? ਉਹ ਵੀ ਆਪਣੇ ਆਪ ਦਾ ਫੈਕਟਰ ਹੁੰਦੀ ਹੈ। ਇੱਕ ਸੰਖਿਆ ਦਾ ਹਰੇਕ ਗੁਣਨਖੰਡ ਉਸ ਸੰਖਿਆ ਦਾ ਇੱਕ ਪੂਰਨ ਭਾਜਕ ਹੁੰਦਾ ਹੈ। ਮਤਲਬ ਕੀ ਹੈ? ਕਿਸੇ ਵੀ ਸੰਖਿਆ ਦਾ ਜੋ ਗੁਣਨਖੰਡ ਹੈ ਉਸ ਨੂੰ ਪੂਰੀ ਤਰ੍ਹਾਂ ਭਾਗ ਕਰਦਾ ਹੈ। ਜਿਵੇਂ ਕਿ ਮੈਂ ਪਿੱਛੇ ਐਗਜ਼ਾਮਪਲ ਦਿੱਤੀ ਸੀ, ਜਿਵੇਂ 6 ਦੇ ਗੁਣਨਖੰਡ ਕੀ ਆ? 2 ਤੇ 3 1 ਤੇ 6। ਇਹ ਕੀ ਹੈ? ਇਸ ਦੇ ਗੁਣਨਖੰਡ ਆ। ਇਸ 6 ਨੂੰ ਕੀ ਕਰ ਰਿਹਾ? ਪੂਰੀ ਤਰ੍ਹਾਂ ਡਿਵਾਈਡ ਕਰ ਰਿਹਾ। ਮਤਲਬ ਉਸਦੇ ਪੂਰੀ ਤਰ੍ਹਾਂ ਭਾਜਕ ਨੇ। ਠੀਕ ਹੈ, ਕੋਈ ਵੀ ਸੰਖਿਆ ਦਾ ਜੋ ਗੁਣਨਖੰਡ ਹੋਏਗਾ ਉਸ ਦਾ ਪੂਰੀ ਤਰ੍ਹਾਂ ਭਾਜਕ ਹੋਏਗਾ। ਚੌਥਾ ਫੈਕਟ ਕੀ ਹੈ? ਇੱਕ ਦਿੱਤੀ ਹੋਈ ਸੰਖਿਆ ਦਾ ਹਰੇਕ ਗੁਣਨਖੰਡ ਉਸ ਸੰਖਿਆ ਦਾ ਤੋਂ ਛੋਟਾ ਜਾਂ ਉਸ ਦੇ ਬਰਾਬਰ ਹੋਏਗਾ। ਮਤਲਬ ਜੇਕਰ ਕੋਈ ਤੁਹਾਨੂੰ ਸੰਖਿਆ ਦਿੱਤੀ ਜਾਏ 18 ਸੰਖਿਆ ਹੈ, ਤਾਂ 18 ਦੇ ਗੁਣਨਖੰਡ 18 ਤੋਂ ਵੱਡੇ ਤਾਂ ਹੋ ਨਹੀਂ ਸਕਦੇ। ਇਹ ਤਾਂ ਨਹੀਂ ਹੋਏਗਾ ਕਿ 20 ਜੋ ਹੈ ਇਸ ਦਾ ਗੁਣਨਖੰਡ ਹੋਏਗਾ, ਕਿਉਂਕਿ 20 ਇਸ ਤੋਂ ਵੱਡਾ ਹੈ। ਸੋ ਇਸ ਲਈ ਕੀ ਹੋਏਗਾ ਕਿ ਕੋਈ ਵੀ ਦਿੱਤੀ ਹੋਈ ਸੰਖਿਆ ਦੇ ਗੁਣਨਖੰਡ ਜਾਂ ਤਾਂ ਉਹ ਖੁਦ ਹੋਏਗਾ ਜਾਂ ਉਸ ਤੋਂ ਛੋਟੇ ਹੋਣਗੇ। ਚੌਥਾ ਫੈਕਟ ਕੀ ਕਹਿੰਦਾ? ਇਹੀ ਗੱਲ ਕਹਿੰਦਾ। ਠੀਕ ਹੈ, ਪੰਜਵਾਂ ਫੈਕਟ ਕੀ ਹੈ? ਇੱਕ ਦਿੱਤੀ ਹੋਈ ਸੰਖਿਆ ਦੇ ਗੁਣਨਖੰਡ ਦੀ ਸੰਖਿਆ ਸੀਮਿਤ ਹੁੰਦੀ ਹੈ। ਮਤਲਬ ਜੇਕਰ ਤੁਹਾਨੂੰ ਕੋਈ ਸੰਖਿਆ ਦਿੱਤੀ ਹੈ ਤਾਂ ਜੇਕਰ ਉਸ ਦੇ ਗੁਣਨਖੰਡ ਪੁੱਛੇ ਜਾਣ ਤਾਂ ਉਹ ਕੀ ਨੇ? ਸੀਮਿਤ ਨੇ, ਮਤਲਬ ਲਿਮਟਿਡ ਨੇ। ਇਹ ਨਹੀਂ ਕਿ ਇਨਫਿਨਿਟੀ ਹੋਣਗੇ। ਮੰਨ ਕੇ ਚੱਲੋ 18 ਸੰਖਿਆ ਦੇ ਕੀ ਆ? ਲਿਮਟਿਡ ਹੀ ਨੇ। ਕਿੰਨੇ ਨੇ? 5 ਜਾਂ 6 ਨੇ। 1 ਹੈ, 2 ਹੈ, 3 ਹੈ, 6 ਹੈ, 9 ਹੈ ਔਰ 18 ਹੈ। ਇਹ ਕਿੰਨੇ? 6 ਹੀ ਨੇ। ਮਤਲਬ ਕੀ ਹੈ? ਇਹ ਲਿਮਟਿਡ ਨੇ। ਮਤਲਬ ਕੀ ਹੈ? ਇਨਫਿਨਿਟੀ ਤੱਕ ਜੋ ਹੈ ਨਹੀਂ ਹੁੰਦੇ, ਮਤਲਬ ਸੀਮਿਤ ਹੁੰਦੇ ਆ, ਕਿਉਂਕਿ ਇਹ ਦਿੱਤੀ ਸੰਖਿਆ ਦੇ ਬਰਾਬਰ ਅਤੇ ਉਸ ਤੋਂ ਛੋਟੇ ਹੁੰਦੇ ਨੇ। ਠੀਕ ਹੈ, ਕਿਉਂਕਿ ਇਹ ਦਿੱਤੀ ਹੋਈ ਸੰਖਿਆ ਦੇ ਬਰਾਬਰ ਅਤੇ ਉਸ ਤੋਂ ਛੋਟੇ ਹੁੰਦੇ ਨੇ, ਇਸ ਲਈ ਕੀ ਹੈ? ਇਹ ਲਿਮਟਿਡ ਹੁੰਦੇ ਆ। ਓਕੇ, ਇੱਕ ਸੰਖਿਆ ਦਾ ਹਰੇਕ ਗੁਣਜ ਉਸ ਸੰਖਿਆ ਤੋਂ ਵੱਡਾ ਜਾਂ ਉਸ ਦੇ ਬਰਾਬਰ ਹੁੰਦਾ ਹੈ। ਹੁਣ ਇੱਥੇ ਗੱਲ ਕਰ ਰਹੇ ਹਾਂ ਗੁਣਜ ਦੀ, ਨਾ ਕਿ ਗੁਣਨਖੰਡ ਦੀ। ਠੀਕ ਹੈ, ਗੁਣਜ ਕੀ ਹੋਏਗਾ? ਜਾਂ ਤਾਂ ਉਹ ਸੰਖਿਆ ਹੋਏਗੀ ਜਾਂ ਉਸ ਤੋਂ ਵੱਡੇ ਹੋਣਗੇ। ਜਿਵੇਂ 10 ਦਾ 10 ਹੋਏਗਾ, 20 30 40 50 ਇਹ ਕੀ ਆ? ਇਸ ਤੋਂ ਵੱਡੇ ਹੋਣਗੇ। ਠੀਕ ਹੈ, ਦਿੱਤੀ ਹੋਈ ਸੰਖਿਆ ਦੇ ਗੁਣਜ ਦੀ ਸੰਖਿਆ ਕੀ ਹੈ? ਅਸੀਮਿਤ ਹੋ ਸਕਦੀ ਹੈ। ਆਪਾਂ ਫੈਕਟਰ ਦੇ ਵਿੱਚ ਕੀ ਪੜਿਆ? ਫੈਕਟਰ ਦੀ ਸੰਖਿਆ ਸੀਮਿਤ ਹੁੰਦੀ ਹੈ, ਮਤਲਬ ਲਿਮਟਿਡ ਹੁੰਦੀ ਹੈ। ਲੇਕਿਨ ਗੁਣਜਾਂ ਦੀ ਸੀਮਿਤ ਕੀ ਹੈ? ਅਸੀਮਿਤ ਹੁੰਦੀ ਹੈ, ਕਿਉਂਕਿ ਇਹ ਦਿੱਤੀ ਹੋਈ ਸੰਖਿਆ ਤੋਂ ਵੱਡੇ ਹੁੰਦੇ ਆ, ਮਤਲਬ ਇਹ ਇਨਫਿਨਿਟੀ ਤੱਕ ਜਾ ਸਕਦੇ ਆ। ਸੋ ਇਸ ਦੀ ਕੀ ਸੰਖਿਆ ਹੈ? ਅਸੀਮਿਤ ਹੁੰਦੀ ਹੈ। ਇਸ ਤੋਂ ਇਲਾਵਾ ਹਰੇਕ ਸੰਖਿਆ ਦਾ ਕੀ ਹੁੰਦਾ ਹੈ? ਆਪਣੇ ਆਪ ਦਾ ਇੱਕ ਗੁਣਜ ਹੁੰਦਾ ਹੈ। ਮੰਨ ਕੇ ਚੱਲੋ ਜੇਕਰ 7 ਸੰਖਿਆ ਦਿੱਤੀ ਹੈ ਤਾਂ 7 ਆਪਣੇ ਆਪ ਦਾ ਵੀ ਗੁਣਜ ਹੈ। ਇਸ ਤੋਂ ਇਲਾਵਾ 14 ਦਾ ਗੁਣਜ ਹੈ, 21 ਦਾ ਗੁਣਜ ਹੈ। ਇਹ ਕੀ ਹੈ? ਖੁਦ ਦਾ ਗੁਣਜ ਹੈ। ਓਕੇ, ਇੱਕ ਇਸ ਦਾ ਗੁਣਜ ਨਹੀਂ ਹੋਏਗਾ, ਇੱਕ ਇਸ ਦਾ ਫੈਕਟਰ ਹੋਏਗਾ। ਇਹ ਯਾਦ ਰੱਖਣਾ। ਇਹ ਫੈਕਟਰ ਡਾਇਰੈਕਟ ਪਿਛਲੇ ਪੇਪਰ ਦੇ ਵਿੱਚ ਪੁੱਛੇ ਗਏ ਆ। ਸੋ ਫੈਕਟ ਤੁਹਾਨੂੰ ਯਾਦ ਕਰਨੇ ਪੈਣਗੇ। ਸਕਰੀਨਸ਼ਾਟ ਲੈ ਲਿਓ, ਅਦਰਵਾਈਜ਼ ਵੀਡੀਓ ਜੋ ਹੈ ਮੈਥ ਦੀ ਅੱਜ ਹੀ ਅਪਲੋਡ ਹੋਏਗੀ, ਕਿਉਂਕਿ ਮੈਥ ਜੋ ਹੈ ਟਿਪੀਕਲ ਦਾ ਥੋੜਾ ਜਿਹਾ। ਹਰੇਕ ਸੰਖਿਆ ਕੀ ਹੈ? ਆਪਣੇ ਆਪ ਦਾ ਗੁਣਜ ਹੈ, ਇਹ ਵੀ ਆਪਾਂ ਪੜ੍ਹ ਲਿਆ। ਇਸ ਤੋਂ ਇਲਾਵਾ ਇੱਕ ਆ ਮੋਸਟ ਇੰਪੋਰਟੈਂਟ ਫੈਕਟ ਹੈ ਜੋ ਹੁਣ ਦੱਸਣ ਜਾ ਰਹੇ ਹਾਂ।
ਉਹ ਸੰਖਿਆ ਜਿਸ ਦੇ ਸਾਰੇ ਗੁਣਨਖੰਡਾਂ ਦਾ ਜੋੜ ਉਸ ਸੰਖਿਆ ਦਾ 2 ਗੁਣਾ ਹੋਵੇ ਇੱਕ ਆਦਰਸ਼ ਸੰਖਿਆ ਹੈ। ਮਤਲਬ ਇੱਕ ਪਰਫੈਕਟ ਸੰਖਿਆ ਕਹਾਉਂਦੀ ਹੈ। ਠੀਕ ਹੈ। ਫੋਰ ਐਗਜ਼ਾਮਪਲ 6 ਅਤੇ 28 6 ਅਤੇ 28 ਕੀ ਆ? ਇੱਕ ਆਦਰਸ਼ ਸੰਖਿਆਵਾਂ ਨੇ, ਕਿਉਂਕਿ ਇਹਨਾਂ ਦੇ ਜੋ ਗੁਣਨਖੰਡ ਆ ਉਹਨਾਂ ਦਾ ਜੋੜ ਜੋ ਹੈ ਉਹ ਕੀ ਹੈ? ਉਹੀ ਸੰਖਿਆ ਹੈ। ਜਿਵੇਂ ਮੰਨ ਕੇ ਚੱਲੋ 6 ਦੇ ਕੀ ਗੁਣਨਖੰਡ ਨੇ? 1 ਹੈ, 2 ਹੈ ਔਰ 3 ਹੈ। ਇਹਨਾਂ ਦਾ ਜੋੜ ਕਿੰਨਾ ਹੈ? 6। ਇਹ ਕੀ ਹੈ? ਇੱਕ ਆਦਰਸ਼ ਸੰਖਿਆ ਹੈ, ਮਤਲਬ ਇੱਕ ਪਰਫੈਕਟ ਨੰਬਰ ਹੈ। ਓਕੇ। ਹਰੇਕ ਸੰਖਿਆ ਆਪਣੇ ਆਪ ਦਾ ਗੁਣਨਖੰਡ ਦਾ ਇੱਕ ਗੁਣਜ ਹੁੰਦੀ ਹੈ। ਇਹ ਵੀ ਫੈਕਟ ਆ ਇੱਕ। ਓਕੇ। ਸੋ ਨੈਕਸਟ ਦੇਖਦੇ ਹਾਂ, ਅਭਾਜ ਅਤੇ ਅਭਾਜ ਸੰਖਿਆਵਾਂ ਕੀ ਹੁੰਦੀਆਂ ਹੈ? ਅਭਾਜ ਨੂੰ ਜਿਹਨੂੰ ਆਪਾਂ ਕਹਿੰਦੇ ਆ ਪ੍ਰਾਈਮ ਨੰਬਰ, ਉਹ ਕੀ ਹੁੰਦੇ ਆ? ਅਭਾਜ ਸੰਖਿਆਵਾਂ 2 ਨੂੰ ਛੱਡ ਕੇ ਜੋ ਬਾਕੀ ਵੀ ਸੰਖਿਆਵਾਂ ਨੇ ਸਾਰੀਆਂ ਅਭਾਜ ਸੰਖਿਆਵਾਂ ਜੋ ਨੇ ਟਾਕ ਨੇ। ਮਤਲਬ ਸਿਰਫ 2 ਹੀ ਇੱਕ ਅਜਿਹੀ ਸੰਖਿਆ ਹੈ ਜੋ ਈਵਨ ਹੈ, ਜੋ ਕੀ ਹੈ? ਜਿਸਤ ਹੈ। ਬਾਕੀ ਸਾਰੀਆਂ ਜੋ ਅਭਾਜ ਸੰਖਿਆਵਾਂ ਨੇ ਜੋ ਪ੍ਰਾਈਮ ਨੰਬਰ ਨੇ ਉਹ ਕੀ ਨੇ? ਟਾਕ ਨੇ, ਜਿਨ੍ਹਾਂ ਨੂੰ ਕੀ ਕਹਿੰਦੇ ਆ? ਓਡ ਨੰਬਰ। ਠੀਕ ਹੈ। ਬਾਕੀ ਸਾਰੇ ਪ੍ਰਾਈਮ ਨੰਬਰ ਓਡ ਨੇ, ਸਿਰਫ 2 ਨੂੰ ਛੱਡ ਕੇ। ਇਹ ਫੈਕਟ ਹੈ ਇੱਕ। ਠੀਕ ਹੈ। 2 ਸਭ ਤੋਂ ਛੋਟੀ ਅਭਾਜ ਸੰਖਿਆ ਵੀ ਹੈ। 2 ਸਭ ਤੋਂ ਕੀ ਹੈ? ਛੋਟੀ ਅਭਾਜ ਸੰਖਿਆ ਹੈ ਔਰ ਇੱਕ ਇਵਨ ਨੰਬਰ ਹੈ। ਠੀਕ ਹੈ। ਉਹ ਸੰਖਿਆਵਾਂ ਜਿਨ੍ਹਾਂ ਦੇ 2 ਗੁਣਨਖੰਡ ਇੱਕ ਤਾਂ ਇੱਕ ਹੋਏ ਔਰ ਇੱਕ ਖੁਦ ਹੋਣ, ਉਹਨਾਂ ਨੂੰ ਕੀ ਕਹਿੰਦੇ ਆ? ਅਭਾਜ ਸੰਖਿਆਵਾਂ ਨੇ। ਮਤਲਬ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ, ਜਿਵੇਂ 2 ਹੀ ਹੈ। 2 ਦਾ ਕੀ ਗੁਣਨਖੰਡ ਨੇ? ਇੱਕ ਤਾਂ 1 ਹੈ ਔਰ ਇੱਕ 2 ਹੈ। ਇੱਕ ਹੋਰ ਐਗਜ਼ਾਮਪਲ ਦੇਖ ਲੈਂਦੇ ਹਾਂ ਅਭਾਜ ਸੰਖਿਆਵਾਂ ਦੀ। ਜਿਵੇਂ ਮੰਨ ਕੇ ਚੱਲੋ 3 ਆਪਾਂ 7 ਹੀ ਲੈ ਲੈਂਦੇ ਹਾਂ। 7 ਦੇ ਕਿਹੜੇ ਕਿਹੜੇ ਗੁਣਨਖੰਡ ਆ? ਇੱਕ 7 ਹੈ ਔਰ ਇੱਕ 1 ਹੈ। ਇਹ ਕੀ ਆ? ਅਭਾਜ ਸੰਖਿਆ ਹੈ, ਮਤਲਬ ਪ੍ਰਾਈਮ ਨੰਬਰ ਹੈ। 9 ਕੀ ਪ੍ਰਾਈਮ ਨੰਬਰ ਹੈ? ਯੈਸ ਔਰ ਨੋ? 9 ਪ੍ਰਾਈਮ ਨੰਬਰ ਹੈ ਜਾਂ ਨਹੀਂ? 9 ਪ੍ਰਾਈਮ ਨੰਬਰ ਹੈ ਜਾਂ ਨਹੀਂ? ਪਲੀਜ਼ ਰਿਪਲਾਈ ਕਰੋ ਕਮੈਂਟ ਬਾਕਸ ਦੇ ਵਿੱਚ। 9 ਪ੍ਰਾਈਮ ਨੰਬਰ ਹੈ ਜਾਂ ਨਹੀਂ? 9 ਆਇਆ ਮਨੀਸ਼ਾ ਦਾ, ਗੁਰਦੀਪ ਦਾ ਵੀ 9 ਹੈ, ਅਨੂ ਦਾ ਵੀ 9 ਹੈ। ਕਿਉਂਕਿ 9 ਜੋ ਹੈ ਪ੍ਰਾਈਮ ਨੰਬਰ ਨਹੀਂ ਹੈ, ਕਿਉਂਕਿ ਇਸ ਦੇ ਜੋ ਫੈਕਟਰ ਨੇ ਉਹ 2 ਤੋਂ ਜ਼ਿਆਦਾ ਨੇ। ਦੇਖੋ, 1 ਵੀ ਇਸ ਦਾ ਫੈਕਟਰ ਹੈ, 9 ਵੀ ਫੈਕਟਰ ਹੈ ਔਰ 3 ਵੀ ਹੈ, ਕਿਉਂਕਿ 2 ਤੋਂ ਜ਼ਿਆਦਾ ਨੇ, 3 ਨੇ ਮਤਲਬ। ਇਸ ਲਈ 9 ਕੀ ਹੈ? ਇੱਕ ਪ੍ਰਾਈਮ ਨੰਬਰ ਨਹੀਂ ਹੈ। ਓਕੇ। ਸੋ ਅੱਗੇ ਦੇਖਦੇ ਹਾਂ, ਭਾਜ ਸੰਖਿਆਵਾਂ ਕੀ ਹੁੰਦੀਆਂ ਨੇ? ਉਹ ਸੰਖਿਆਵਾਂ ਜਿਨ੍ਹਾਂ ਦੇ 2 ਤੋਂ ਜ਼ਿਆਦਾ ਫੈਕਟਰ ਹੋਣ, ਮਤਲਬ 2 ਤੋਂ ਜ਼ਿਆਦਾ ਗੁਣਨਖੰਡ ਹੋਣ। ਲੇਕਿਨ ਪ੍ਰਾਈਮ ਨੰਬਰ ਦੇ ਵਿੱਚ ਆਪਾਂ ਕੀ ਪੜਿਆ? ਪ੍ਰਾਈਮ ਨੰਬਰ ਦੇ ਵਿੱਚ ਪੜਿਆ ਕਿ 2 ਹੀ ਫੈਕਟਰ ਹੋਣ, ਇੱਕ ਤਾਂ ਉਹ ਖੁਦ ਸੰਖਿਆ ਹੋਵੇ ਔਰ ਇੱਕ ਹੋਏ। ਲੇਕਿਨ ਭਾਜ ਸੰਖਿਆਵਾਂ ਦੇ ਵਿੱਚ ਕੀ ਆ? 2 ਤੋਂ ਜ਼ਿਆਦਾ ਫੈਕਟਰ ਹੋਣ, ਉਹਨਾਂ ਨੂੰ ਭਾਜ ਸੰਖਿਆਵਾਂ ਕਹਿੰਦੇ ਆ। ਠੀਕ ਹੈ। ਸਿਰਫ 2 ਹੀ ਇੱਕ ਅਜਿਹੀ ਜਿਸਤ ਸੰਖਿਆ ਹੈ ਜਿਹੜੀ ਅਭਾਜ ਹੈ। ਜਿੰਨੇ ਬਾਕੀ ਈਵਨ ਨੰਬਰ ਨੇ, ਬਾਕੀ ਜਿੰਨੇ ਵੀ ਈਵਨ ਨੰਬਰ ਨੇ ਉਹ ਕੀ ਨੇ? ਭਾਜ ਸੰਖਿਆਵਾਂ ਨੇ, ਸਿਰਫ 2 ਨੂੰ ਛੱਡ ਕੇ। 2 ਕੀ ਹੈ? ਇੱਕ ਅਭਾਜ ਸੰਖਿਆ ਹੈ, ਮਤਲਬ ਪ੍ਰਾਈਮ ਨੰਬਰ ਹੈ। ਠੀਕ ਹੈ। 4 ਕੀ ਹੈ? ਸਭ ਤੋਂ ਛੋਟੀ ਭਾਜ ਸੰਖਿਆ ਹੈ। 4 ਸਭ ਤੋਂ ਛੋਟੀ ਭਾਜ ਸੰਖਿਆ ਹੈ। ਓਕੇ। 4 ਜੋ ਹੈ ਸਭ ਤੋਂ ਛੋਟੀ ਭਾਜ ਸੰਖਿਆ ਹੈ। ਓਕੇ। ਨੋਟ 1 ਨਾ ਤਾਂ ਭਾਜ ਸੰਖਿਆ ਹੈ ਔਰ ਨਾ ਹੀ ਭਾਜ ਸੰਖਿਆ ਹੈ। ਇਹ ਕੁਐਸਚਨ ਡਾਇਰੈਕਟ ਪੁੱਛਿਆ ਜਾ ਸਕਦਾ ਹੈ ਕਿ ਦੱਸੋ ਇੱਕ ਭਾਜ ਸੰਖਿਆ ਹੈ ਜਾਂ ਅਭਾਜ ਸੰਖਿਆ ਹੈ ਜਾਂ ਕੋਈ ਵੀ ਨਹੀਂ ਹੈ। ਜੋ 1 ਹੈ ਉਹ ਨਾ ਤਾਂ ਅਭਾਜ ਸੰਖਿਆ ਹੈ, ਮਤਲਬ ਨਾ ਤਾਂ ਪ੍ਰਾਈਮ ਨੰਬਰ ਹੈ ਔਰ ਨਾ ਹੀ ਭਾਜ ਸੰਖਿਆ ਹੈ। ਓਕੇ। ਫਿਰ ਇੱਕ ਨੋਟ ਜੋ ਕੀਤਾ ਹੋਇਆ ਪੁਆਇੰਟ, 2 ਅਭਾਜ ਸੰਖਿਆਵਾਂ ਜਿਨ੍ਹਾਂ ਦਾ ਅੰਤਰ 2 ਹੋਏ, 2 ਅਭਾਜ ਸੰਖਿਆਵਾਂ ਮਤਲਬ 2 ਪ੍ਰਾਈਮ ਨੰਬਰ ਜਿਨ੍ਹਾਂ ਦਾ ਡਿਫਰੈਂਸ 2 ਹੋਏ, ਉਸ ਨੂੰ ਕੀ ਕਹਿੰਦੇ ਆ? ਅਭਾਜ ਜੋੜਾ। ਅਭਾਜ ਜੋੜਾ ਮਤਲਬ ਟਵਿਨ ਪ੍ਰਾਈਮ। ਇਹ ਕੁਐਸਚਨ ਵੀ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਹੈ। ਫੋਰ ਐਗਜ਼ਾਮਪਲ ਕਿਹੜੇ ਕਿਹੜੇ ਟਵਿਨ ਜੋੜੇ ਆ? ਟਵਿਨ ਪ੍ਰਾਈਮ ਨੇ ਫੋਰ ਐਗਜ਼ਾਮਪਲ 3 ਅਤੇ 5, ਕਿਉਂਕਿ ਦੋਨਾਂ ਦੇ ਵਿੱਚ ਡਿਫਰੈਂਸ ਕੀ ਹੈ? 2 ਦਾ। ਇੱਕ ਹੋਰ ਐਗਜ਼ਾਮਪਲ ਹੈ 5 ਤੇ 7, ਇਹ ਵੀ ਕੀ ਹੈ? ਟਵਿਨ ਨੰਬਰ ਨੇ, ਟਵਿਨ ਪ੍ਰਾਈਮ ਨੰਬਰ ਨੇ। 11 ਤੇ 13, 17 ਤੇ 19, 29 ਤੇ 31, 41 ਤੇ 43, ਐਵੇਂ ਹੀ ਚਲਦੇ ਚਲਦੇ 71 ਤੇ 73। ਇਹ ਕੀ ਆ? ਟਵਿਨ ਪ੍ਰਾਈਮ ਨੰਬਰ ਨੇ, ਟਵਿਨ ਪ੍ਰਾਈਮ ਨੰਬਰ ਜਿਨ੍ਹਾਂ ਦੇ ਵਿੱਚ 2 ਦਾ ਡਿਫਰੈਂਸ ਹੈ। ਓਕੇ। ਜਿਨ੍ਹਾਂ ਦੇ ਵਿੱਚ ਕੀ ਆ? 2 ਦਾ ਡਿਫਰੈਂਸ ਹੈ।
ਫਿਰ ਇੱਕ ਵਿਧੀ ਦਿੱਤੀ ਹੋਈ ਹੈ, ਛਲਨੀ ਵਿਧੀ ਕਹਿੰਦੇ ਆ ਜਿਹਨੂੰ, ਇਰਾਟੋਸਥਨੀਜ਼ ਦੀ ਛਲਨੀ ਵਿਧੀ। ਇਹ ਕੀ ਹੈ? ਇਹ ਕੀ ਕਰਦੀ ਹੈ? ਪ੍ਰਾਈਮ ਨੰਬਰ ਨੂੰ ਛਾਣਦੀ ਹੈ ਕਿ ਕਿਹੜੇ ਕਿਹੜੇ ਪ੍ਰਾਈਮ ਨੰਬਰ ਆ। ਮੇਨਲੀ ਤੁਸੀਂ ਪ੍ਰਾਈਮ ਨੰਬਰ ਯਾਦ ਰੱਖ ਲਓ, 100 ਤੱਕ ਯਾਦ ਰੱਖ ਲਓ। 100 ਤੱਕ ਹੀ ਕੁਐਸਚਨ ਜੋ ਪੁੱਛਿਆ ਜਾਂਦਾ ਕਿ ਪ੍ਰਾਈਮ ਨੰਬਰ ਦੱਸੋ, ਜਾਂ ਤਾਂ ਉਹਨਾਂ ਦਾ ਜੋੜ ਪੁੱਛ ਲਿਆ ਜਾਂਦਾ ਹੈ, ਜਾਂ 100 ਤੱਕ ਪ੍ਰਾਈਮ ਨੰਬਰ ਕਿੰਨੇ ਆ ਉਹ ਪੁੱਛ ਲਏ ਜਾਂਦੇ ਆ। ਸੋ ਇਹ ਫੈਕਟ ਆ, ਯਾਦ ਰੱਖ ਲਿਓ। 1 ਤੋਂ ਲੈ ਕੇ 100 ਤੱਕ ਪ੍ਰਾਈਮ ਨੰਬਰ ਜੋ ਆ ਉਹਨਾਂ ਦੀ ਕਿੰਨੀ ਸੰਖਿਆ ਹੈ? 25 ਸੰਖਿਆ ਹੈ। 1 ਤੋਂ ਲੈ ਕੇ 50 ਤੱਕ ਕਿੰਨੇ ਅਭਾਜ ਸੰਖਿਆਵਾਂ ਨੇ? ਉਹਨਾਂ ਦੀ ਗਿਣਤੀ ਹੈ 15। ਠੀਕ ਹੈ। 2 ਤੋਂ ਇਲਾਵਾ ਜਿੰਨੀਆਂ ਵੀ ਅਭਾਜ ਸੰਖਿਆਵਾਂ ਨੇ ਜੋ ਪ੍ਰਾਈਮ ਨੰਬਰ ਨੇ, ਉਹ ਸਾਰੀਆਂ ਕੀ ਨੇ? ਓਡ ਨੇ, ਮਤਲਬ ਟਾਂਕ ਨੇ। ਠੀਕ ਹੈ। ਪ੍ਰਾਈਮ ਨੰਬਰ ਦੱਸੇ ਹੋਏ ਆ ਕਿਹੜੇ ਕਿਹੜੇ, 100 ਤੱਕ ਲਿਖੇ ਹੋਏ ਆ, ਉਹ ਵੀ ਮੈਂ ਇੱਕ ਵਾਰੀ ਬੋਲ ਦਿੰਦਾ। 2 3 5 7 11 13 17 19 29 23 29 31 37 41 43, ਇਹ ਕੀ ਆ? 97 ਤੱਕ ਕੀ ਨੇ? ਪ੍ਰਾਈਮ ਨੰਬਰ ਨੇ। ਅਗਰ ਤੁਸੀਂ ਸਕਰੀਨਸ਼ਾਟ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ। ਇਸ ਤੋਂ ਬਾਅਦ ਕੀ ਆਪਾਂ ਦੇਖਦੇ ਹਾਂ? ਈਵਨ ਨੰਬਰ, ਜਿਨ੍ਹਾਂ ਨੂੰ ਪੰਜਾਬੀ ਵਿੱਚ ਕੀ ਕਹਿੰਦੇ ਆ? ਜਿਸਤ ਸੰਖਿਆਵਾਂ। ਜਿਸਤ ਸੰਖਿਆਵਾਂ। ਦਿੱਲੀ ਦੇ ਵਿੱਚ ਓਡ ਔਰ ਈਵਨ ਰੂਲ ਲਾਗੂ ਹੋਇਆ ਸੀ ਨਾ, ਕਿ ਇੱਕ ਦਿਨ ਈਵਨ ਨੰਬਰ ਵਾਲੀਆਂ ਗੱਡੀਆਂ ਚੱਲਣਗੀਆਂ ਔਰ ਇੱਕ ਦਿਨ ਕੀ ਆ? ਓਡ ਨੰਬਰ ਵਾਲੀਆਂ ਗੱਡੀਆਂ ਚੱਲਣਗੀਆਂ। ਈਵਨ ਨੰਬਰ ਕੀ ਕਹਿੰਦੇ ਆ? ਜਿਨ੍ਹਾਂ ਦਾ ਗੁਣਨ ਜੋ ਹੈ 2 ਹੋਵੇ। 2 ਜੋ ਹੈ ਸਭ ਤੋਂ ਛੋਟੀ ਜਿਸਤ ਸੰਖਿਆ। ਤੁਹਾਨੂੰ ਇਹ ਪੁੱਛ ਲਿਆ ਜਾਏਗਾ ਕਿ ਪੇਪਰ ਦੇ ਵਿੱਚ ਸਭ ਤੋਂ ਛੋਟੀ ਜੋ ਹੈ ਈਵਨ ਨੰਬਰ ਦੱਸੋ, ਤਾਂ 2 ਹੈ। ਸਭ ਤੋਂ ਛੋਟਾ ਪ੍ਰਾਈਮ ਨੰਬਰ ਦੱਸੋ, ਤਾਂ ਉਹ ਵੀ 2 ਹੈ। ਠੀਕ ਹੈ। ਇਸ ਤੋਂ ਇਲਾਵਾ ਜਿਸਤ ਨੰਬਰ ਕਿਹੜੇ ਕਿਹੜੇ ਹੁੰਦੇ ਆ? ਜੋ 2 ਨਾਲ ਡਿਵਾਈਡ ਹੁੰਦੇ ਆ। 2 ਨਾਲ ਡਿਵਾਈਡ ਹੁੰਦਾ ਹੈ। 40 ਡਿਵਾਈਡ ਹੁੰਦਾ ਹੈ, ਇਹ ਵੀ ਕੀ ਹੈ? ਜਿਸਤ ਨੰਬਰ ਹੈ। 39 ਕੀ ਜਿਸਤ ਨੰਬਰ ਹੈ? ਮਤਲਬ ਈਵਨ ਨੰਬਰ ਹੈ? ਨਹੀਂ ਹੈ, ਕਿਉਂਕਿ 2 ਨਾਲ ਡਿਵਾਈਡ ਨਹੀਂ ਹੁੰਦਾ। ਠੀਕ ਹੈ। ਇਹ ਕੀ ਹੈ? ਓਡ ਨੰਬਰ ਹੈ। 39 ਕੀ ਹੈ? ਓਡ ਨੰਬਰ ਹੈ। ਸੋ ਇਸ ਤੋਂ ਇਲਾਵਾ ਜਿਸਤ ਨੰਬਰ ਉਹ ਹੁੰਦੇ ਆ ਜਿਨ੍ਹਾਂ ਦਾ ਜੋ ਹੈ ਇਕਾਈ ਵਾਲਾ ਅੰਕ ਜੋ ਹੈ ਉਹ ਜਿਸਤ ਹੋਏ। ਮਤਲਬ ਇਕਾਈ ਵਾਲਾ ਅੰਕ ਜਿਸਤ ਹੋਏ। ਕਿਹੜੇ ਕਿਹੜੇ ਜਿਸਤ ਹੁੰਦੇ ਆ? 0 2 4 6 8, ਇਹ ਕੀ ਆ? ਜਿਸਤ ਨੰਬਰ ਆ। ਇਹ ਇਕਾਈ ਤੇ ਹੋਣ ਤਾਂ ਉਹ ਨੰਬਰ ਕੀ ਆ? ਈਵਨ ਨੰਬਰ। ਓਕੇ, ਉਹ ਨੰਬਰ ਕੀ ਆ? ਈਵਨ ਨੰਬਰ ਆ। ਇਸ ਤੋਂ ਬਾਅਦ ਦੇਖਦੇ ਹਾਂ ਆਪਾਂ ਟਾਕ ਸੰਖਿਆਵਾਂ। ਟਾਕ ਸੰਖਿਆਵਾਂ ਕਿਹੜੀਆਂ ਹੁੰਦੀਆਂ? ਮਤਲਬ ਜਿਸਤ ਸੰਖਿਆਵਾਂ ਦੇ ਉਲਟ, ਓਡ ਨੰਬਰ। ਓਡ ਨੰਬਰ ਜਿਨ੍ਹਾਂ ਦਾ ਗੁਣਜ 2 ਨਾ ਹੋਏ, ਮਤਲਬ 2 ਨਾਲ ਕੀ ਹੈ? ਡਿਵਾਈਡ ਨਾ ਹੋਣ। ਕਿਹੜੀਆਂ ਕਿਹੜੀਆਂ ਹੋਣਗੀਆਂ? 1 3 5 7 9, ਜਿਨ੍ਹਾਂ ਦੇ ਪਿੱਛੇ ਇਹ ਆਏਗਾ ਉਹ ਕੀ ਆ? ਟਾਕ ਸੰਖਿਆਵਾਂ ਨੇ, ਮਤਲਬ ਓਡ ਅੰਕ ਨੇ। ਠੀਕ ਹੈ। ਮਤਲਬ ਇਕਾਈ ਦਾ ਅੰਕ ਟਾਕ ਹੋਏ ਤਾਂ ਉਹ ਟਾਕ ਸੰਖਿਆਵਾਂ ਹੋਣਗੀਆਂ। 2 ਸੰਖਿਆਵਾਂ ਟਾਕ ਹੋਣ ਤਾਂ ਉਹਨਾਂ ਦਾ ਕੀ ਹੈ? ਜੋੜ ਜਿਸਤ ਹੁੰਦਾ ਹੈ। ਜੇਕਰ 2 ਸੰਖਿਆਵਾਂ ਓਡ ਨੇ ਤਾਂ ਉਹਨਾਂ ਦਾ ਜੋੜ ਕਰਦੇ ਆ, ਮਤਲਬ ਉਹਨਾਂ ਨੂੰ ਜਦੋਂ ਆਪਾਂ ਐਡ ਕਰਦੇ ਹਾਂ ਤਾਂ ਉਹਨਾਂ ਦਾ ਕੀ ਹੋਏਗਾ? ਐਡ ਕੀ ਹੋਏਗਾ? ਈਵਨ ਹੋਏਗਾ। ਫੋਰ ਐਗਜ਼ਾਮਪਲ ਆਪਾਂ ਲੈ ਲੈਂਦੇ ਹਾਂ ਪ੍ਰੂਫ ਲਈ, 7 + 9 ਦੋਨੋਂ ਕੀ ਆ? ਓਡ ਨੰਬਰ ਨੇ, ਲੇਕਿਨ ਇਹਨਾਂ ਨੂੰ ਜਦੋਂ ਆਪਾਂ ਐਡ ਕਰਦੇ ਹਾਂ ਤਾਂ 16 ਕੀ ਆ? ਈਵਨ ਨੰਬਰ ਹੈ। ਠੀਕ ਹੈ। 2 ਟਾਕ ਸੰਖਿਆਵਾਂ ਨੂੰ ਜੋੜ ਕਰਦੇ ਹਾਂ ਤਾਂ ਆਪਾਂ ਨੂੰ ਇੱਕ ਈਵਨ ਨੰਬਰ ਪ੍ਰਾਪਤ ਹੁੰਦਾ ਹੈ। ਲੇਕਿਨ ਜਦੋਂ ਆਪਾਂ 3 ਟਾਕ ਸੰਖਿਆਵਾਂ 3 ਓਡ ਨੰਬਰ ਨੂੰ ਐਡ ਕਰਦੇ ਹਾਂ ਤਾਂ ਆਪਾਂ ਨੂੰ ਓਡ ਨੰਬਰ ਹੀ ਪ੍ਰਾਪਤ ਹੁੰਦਾ ਹੈ। ਫੋਰ ਐਗਜ਼ਾਮਪਲ 1 3 5, ਇਹ ਕੀ ਆ? 3 ਸੰਖਿਆਵਾਂ ਦੇ ਵਿੱਚ ਰੂਲ ਫੋਲੋ ਅਲੱਗ-ਅਲੱਗ ਹੁੰਦਾ ਹੈ। ਜਦੋਂ ਆਪਾਂ 3 ਨੂੰ ਐਡ ਕਰਦੇ ਹਾਂ ਤਾਂ ਕੀ ਹੁੰਦਾ ਹੈ? ਤਾਂ 9 ਪ੍ਰਾਪਤ ਹੁੰਦਾ ਹੈ। 9 ਕੀ ਹੈ? ਇੱਕ ਓਡ ਨੰਬਰ ਹੈ। ਠੀਕ ਹੈ। 3 ਨੂੰ ਜਦੋਂ ਆਪਾਂ ਐਡ ਕਰਦੇ ਹਾਂ ਤਾਂ ਓਡ ਨੰਬਰ ਹੀ ਪ੍ਰਾਪਤ ਹੁੰਦਾ ਹੈ, ਲੇਕਿਨ ਜਦੋਂ ਆਪਾਂ 2 ਨੂੰ ਐਡ ਕਰਦੇ ਹਾਂ ਤਾਂ ਆਪਾਂ ਨੂੰ ਕੀ ਹੁੰਦਾ ਹੈ? ਇੱਕ ਜਿਸਤ ਅੰਕ ਪ੍ਰਾਪਤ ਹੁੰਦਾ ਹੈ, ਮਤਲਬ ਇੱਕ ਈਵਨ ਨੰਬਰ ਪ੍ਰਾਪਤ ਹੁੰਦਾ ਹੈ। ਇਸ ਤੋਂ ਇਲਾਵਾ ਕੁਝ ਹੋਰ ਫੈਕਟ ਨੇ। ਸੰਖਿਆਵਾਂ ਨੂੰ ਭਾਗ ਦੀ ਯੋਗਤਾ। ਡਾਇਰੈਕਟ ਕੁਐਸਚਨ ਪੁੱਛਿਆ ਗਿਆ ਸੀ ਪਟਵਾਰੀ ਦੇ ਪੇਪਰ ਦੇ ਵਿੱਚ ਵੀ ਕਿ ਇਹ ਸੰਖਿਆ 11 ਨਾਲ ਭਾਗਯੋਗ ਹੈ ਜਾਂ ਨਹੀਂ। ਸੋ ਕੁਝ ਰੂਲ ਆ, ਬਹੁਤ ਈਜ਼ੀ ਟ੍ਰਿਕ ਨੇ, ਇਹਨਾਂ ਨੂੰ ਯਾਦ ਕਰਨਾ ਈਜ਼ੀ ਹੈ। ਕਿ ਕੋਈ ਸੰਖਿਆ 10 ਨਾਲ ਭਾਗਯੋਗ ਹੈ, ਤੁਹਾਨੂੰ ਪੁੱਛ ਲਿਆ ਜਾਏ ਤਾਂ 10 ਨਾਲ ਭਾਗਯੋਗ ਉਹੀ ਹੋਏਗੀ ਜਿਹਦੇ ਪਿੱਛੇ 0 ਆਏਗੀ। ਮੰਨ ਕੇ ਚੱਲੋ 100 ਹੈ, 100 ਦੇ ਪਿੱਛੇ 0 ਆ ਰਹੀ ਹੈ, ਐਂਡ ਵਾਲਾ ਅੱਖਰ ਦੇਖੋ ਬਸ ਤੁਸੀਂ, 0 ਹੈ ਤਾਂ 10 ਨਾਲ ਭਾਗਯੋਗ ਹੈ। 990 ਹੈ, 990 ਦੇ ਪਿੱਛੇ ਕੀ ਹੈ? 0 ਹੈ, ਇਹ ਕੀ ਹੈ? ਭਾਗਯੋਗ ਹੈ 10 ਨਾਲ। ਜੇਕਰ 99 ਹੈ ਤਾਂ ਪਿੱਛੇ ਕੀ ਹੈ? 9, 9 ਕੀ ਹੈ? 0 ਨਹੀਂ ਹੈ, ਇਸ ਲਈ ਕੀ ਹੈ? ਇਹ 10 ਨਾਲ ਭਾਗਯੋਗ ਨਹੀਂ ਹੈ। ਇਹ 10 ਵਾਲਾ ਰੂਲ ਹੈ, 10 ਵਾਲੀ ਟ੍ਰਿਕ ਹੈ ਕਿ ਕੋਈ ਸੰਖਿਆ 10 ਨਾਲ ਭਾਗਯੋਗ ਹੈ ਜਾਂ ਨਹੀਂ।
ਓਕੇ। ਫਿਰ ਦੂਸਰਾ ਕੀ ਹੈ 5 ਨਾਲ। ਜੇਕਰ ਤੁਹਾਨੂੰ ਪੁੱਛ ਲਿਆ ਕਿ ਇਹ ਦਿੱਤੀ ਹੋਈ ਸੰਖਿਆ 5 ਨਾਲ ਭਾਗਯੋਗ ਹੈ ਤਾਂ ਕੀ ਚੈੱਕ ਕਰੋਗੇ? ਪਿੱਛੇ ਚੈੱਕ ਕਰੋਗੇ 0 ਤੇ 5 ਲੱਗਿਆ ਹੋਇਆ ਹੈ ਜਾਂ ਨਹੀਂ। ਮੰਨ ਕੇ ਚੱਲੋ 100 ਹੈ, 100 ਕੀ ਹੈ 0 ਲੱਗੀ ਹੈ ਪਿੱਛੇ, 5 ਨਾਲ ਭਾਗ ਕਰਾਂਗੇ ਤਾਂ 20 ਆਏਗਾ। ਠੀਕ ਹੈ। ਮੰਨ ਕੇ ਚੱਲੋ ਤੁਹਾਨੂੰ 65 ਦਿੱਤਾ ਹੈ, 65 ਵੀ 5 ਨਾਲ ਭਾਗਯੋਗ ਹੈ ਕਿਉਂਕਿ ਪਿੱਛੇ ਕੀ ਹੈ 5 ਆ ਰਿਹਾ। ਠੀਕ ਹੈ, ਪਿੱਛੇ ਕੀ ਹੈ 5 ਆ ਰਿਹਾ। ਸੋ ਇਹ ਕੀ ਹੈ 5 ਨਾਲ ਟ੍ਰਿਕ ਹੈ ਭਾਗ ਕਰਨ ਦੀ। ਇਸ ਤੋਂ ਇਲਾਵਾ 2 ਨਾਲ ਭਾਗਯੋਗਤਾ। ਕੋਈ ਵੀ ਸੰਖਿਆ 2 ਨਾਲ ਭਾਗਯੋਗ ਹੋਣ ਹੈ ਜਾਂ ਨਹੀਂ, ਕਿਵੇਂ ਚੈੱਕ ਕਰਾਂਗੇ? ਜੇਕਰ ਪਿੱਛੇ ਸੰਖਿਆ ਦੇ 0 2 4 6 8 ਇਹ ਦਿੱਤਾ ਹੋਏ ਤਾਂ ਉਹ ਸੰਖਿਆ ਕੀ ਹੈ 2 ਨਾਲ ਭਾਗਯੋਗ ਹੈ। ਉਹ ਸੰਖਿਆ ਕੀ ਹੈ 2 ਨਾਲ ਭਾਗਯੋਗ ਹੈ। ਫੋਰ ਐਗਜ਼ਾਮਪਲ ਦਿੱਤੀ ਹੋਈ ਸੰਖਿਆ ਜਿਵੇਂ 48 ਹੈ, 48 ਹੈ, ਇਹ ਕੀ ਹੈ 2 ਨਾਲ ਭਾਗਯੋਗ ਹੈ ਕਿਉਂਕਿ 8 ਪਿੱਛੇ ਆ ਰਿਹਾ ਇੱਥੇ, 8 ਕੀ ਹੈ ਪਿੱਛੇ ਆ ਰਿਹਾ, ਇਸ ਲਈ 2 ਕੀ ਹੈ 2 ਨਾਲ ਭਾਗਯੋਗ ਹੈ। ਇਸ ਤੋਂ ਇਲਾਵਾ ਚੌਥੀ ਜੋ ਹੈ 3 ਨਾਲ ਭਾਗਯੋਗ ਹੈ ਜਾਂ ਨਹੀਂ। ਕੋਈ ਵੀ ਸੰਖਿਆ 3 ਨਾਲ ਭਾਗਯੋਗ ਹੈ ਜਾਂ ਨਹੀਂ, ਉਹ ਆਪਾਂ ਕਿਵੇਂ ਚੈੱਕ ਕਰਦੇ ਹਾਂ? ਤਿੰਨ ਨਾਲ ਭਾਗ ਹੋਣ ਦੇ ਲਈ ਆਪਾਂ ਕੀ ਕਰਦੇ ਹਾਂ? ਦਿੱਤੀ ਹੋਈ ਸੰਖਿਆ ਦੇ ਸਾਰੇ ਅੰਕਾਂ ਨੂੰ ਜੋੜ ਕਰਕੇ ਦੇਖਦੇ ਹਾਂ। ਮੰਨ ਕੇ ਚੱਲੋ 219 ਦਿੱਤਾ ਹੋਇਆ ਤੁਹਾਨੂੰ, ਆਪਾਂ ਕੀ ਕਰਾਂਗੇ 219 ਨੂੰ ਐਡ ਕਰਾਂਗੇ ਸਾਰੇ ਅੰਕਾਂ ਨੂੰ, 2 + 1 + 9। ਅਗਰ 12 ਜੋ ਜੋੜ ਆ ਰਿਹਾ ਉਹ 3 ਨਾਲ ਭਾਗ ਹੋਣ ਦੇ ਯੋਗ ਹੈ ਤਾਂ ਦਿੱਤੀ ਹੋਈ ਸੰਖਿਆ ਕੀ ਹੈ 3 ਨਾਲ ਭਾਗ ਹੋਣ ਯੋਗ ਹੈ। ਠੀਕ ਹੈ। ਇੱਕ ਐਗਜ਼ਾਮਪਲ ਲੈਂਦੇ ਹਾਂ ਹੋਰ, ਜਿਵੇਂ 416 ਹੈ, 416 ਨੂੰ ਆਪਾਂ ਕੀ ਕਰਦੇ ਹਾਂ ਇਹਨਾਂ ਦਿੱਤੀਆਂ ਹੋਈਆਂ ਸੰਖਿਆਵਾਂ ਨੂੰ ਐਡ ਕਰਕੇ ਦੇਖਦੇ ਹਾਂ। 4 + 1 + 6, ਇਹ ਕੀ ਆ ਰਿਹਾ 6 4 10 + 1 11। 11 ਜੋ ਹੈ 3 ਦੇ ਟੇਬਲ ਤੇ ਨਹੀਂ ਆ ਰਿਹਾ, ਇਸ ਲਈ ਜੋ 416 ਹੈ 3 ਨਾਲ ਭਾਗਯੋਗ ਨਹੀਂ ਹੈ, 3 ਨਾਲ ਭਾਗਯੋਗ ਨਹੀਂ ਹੈ। ਓਕੇ। ਹੁਣ ਆਪਾਂ ਚੈੱਕ ਕਰਦੇ ਹਾਂ 4 ਨਾਲ ਭਾਗਯੋਗਤਾ ਦੀ ਟ੍ਰਿਕ ਕੀ ਹੈ। ਕੋਈ ਦਿੱਤੀ ਹੋਈ ਸੰਖਿਆ 4 ਨਾਲ ਭਾਗ ਹੋਣ ਯੋਗ ਹੈ ਜਾਂ ਨਹੀਂ। ਇਸ ਲਈ ਇੱਕ ਮੈਥਡ ਹੈ, ਕੀ ਹੋਣਾ ਚਾਹੀਦਾ ਹੈ ਕਿ 3 ਜਾਂ 3 ਤੋਂ ਜ਼ਿਆਦਾ ਅੰਕਾਂ ਦੀ ਸੰਖਿਆ ਹੋਏ, 3 ਜਾਂ 3 ਤੋਂ ਜ਼ਿਆਦਾ ਸੰਖਿਆ ਦੀ ਹੋਏ, 4 ਨਾਲ ਭਾਗ ਹੋਣ ਯੋਗ ਹੈ ਜਾਂ ਨਹੀਂ। ਉਹਦਾ ਕੀ ਕਰਾਂਗੇ? ਅਖੀਰਲੇ 2 ਅੰਕਾਂ ਜੋ ਇਕਾਈ ਤੇ ਦਹਾਈ ਦੇ ਅੰਕ ਨੇ ਉਹਨਾਂ ਤੋਂ ਬਣੀ ਸੰਖਿਆ ਜੋ ਹੈ ਉਹ ਦੇਖਾਂਗੇ ਕਿ 4 ਨਾਲ ਭਾਗਯੋਗ ਹੋਣ ਹੈ ਜਾਂ ਨਹੀਂ। ਮੰਨ ਕੇ ਚੱਲੋ ਤੁਹਾਨੂੰ 212 ਦਿੱਤਾ ਹੈ, 212 ਕੀ ਹੈ 3 ਅੰਕਾਂ ਦੀ ਸੰਖਿਆ ਹੈ, ਇਹਦੇ ਵਿੱਚ ਜੋ ਅਖੀਰਲੇ 2 ਅੱਖਰ ਆ ਇਕਾਈ ਤੇ ਦਹਾਈ ਦੇ 12 ਹੈ। 12 ਕੀ ਹੈ 4 ਨਾਲ ਭਾਗ ਹੋਣ ਯੋਗ ਹੈ ਕਿਉਂਕਿ 3 ਜੋ ਆਉਂਦਾ ਉੱਤਰ ਆਉਂਦਾ ਹੈ, ਇਸ ਲਈ ਜੋ 212 ਹੈ ਉਹ ਸੰਖਿਆ ਕੀ ਹੈ 3 ਨਾਲ ਭਾਗ ਹੋਣ ਯੋਗ ਹੈ। ਇੱਕ ਐਗਜ਼ਾਮਪਲ ਹੋਰ ਦੇਖਦੇ ਹਾਂ, ਇੱਕ ਐਗਜ਼ਾਮਪਲ ਹੋਰ ਦੇਖਦੇ ਹਾਂ 4 ਨਾਲ ਭਾਗ ਹੋਣ ਯੋਗਤਾ ਦੀ। ਜਿਵੇਂ ਮੰਨ ਕੇ ਚੱਲੋ ਤੁਹਾਨੂੰ ਦਿੱਤੀ ਹੋਈ ਸੰਖਿਆ ਜੋ ਹੈ 9168 ਹੈ, ਇਹਦੇ ਵਿੱਚ ਇਕਾਈ ਤੇ ਦਹਾਈ ਦੇ ਜੋ ਅੰਕ ਨੇ 68 ਹੈ, ਇਹ ਕੀ 4 ਨਾਲ ਡਿਵਾਈਡ ਹੁੰਦਾ? ਜਦੋਂ ਆਪਾਂ 4 ਨਾਲ ਡਿਵਾਈਡ ਕਰਦੇ ਹਾਂ ਤਾਂ ਕੀ ਆਉਂਦਾ 1 28 7 28, ਮਤਲਬ ਕੀ ਹੈ 68 ਜੋ ਹੈ 4 ਨਾਲ ਡਿਵਾਈਡ ਹੋ ਰਿਹਾ ਤਾਂ ਕੀ ਹੈ ਜੋ 9168 ਹੈ ਇਹ ਕੀ ਹੈ ਸੰਖਿਆ 4 ਨਾਲ ਡਿਵਾਈਡ ਹੋਣ ਯੋਗ ਹੈ। ਸੋ ਇਹ ਟ੍ਰਿਕ ਹੈ। ਫਿਰ ਆਪਾਂ ਦੇਖਦੇ ਹਾਂ 6 ਨਾਲ ਭਾਗਯੋਗਤਾ। 6 ਨਾਲ ਕੋਈ ਸੰਖਿਆ ਭਾਗਯੋਗ ਹੋਣ ਹੈ ਜਾਂ ਨਹੀਂ। ਉਹਦੇ ਲਈ ਕੀ ਹੈ, ਜੇਕਰ ਸੰਖਿਆ 2 ਨਾਲ ਵੀ ਭਾਗਯੋਗ ਹੋਏ ਔਰ 3 ਨਾਲ ਵੀ ਹੋਏ ਤਾਂ ਉਹ ਸੰਖਿਆ ਕੀ ਹੋਏਗੀ 6 ਨਾਲ ਭਾਗ ਹੋਏਗੀ। ਮੰਨ ਕੇ ਚੱਲੋ ਤੁਹਾਨੂੰ ਕੋਈ ਦਿੱਤੀ ਹੋਈ ਸੰਖਿਆ 22 ਹੈ, 22 ਕੀ ਹੈ 2 ਨਾਲ ਤਾਂ ਭਾਗ ਹੋ ਰਿਹਾ ਕਿਉਂਕਿ 11 ਆਨਸਰ ਆ ਰਿਹਾ, ਲੇਕਿਨ 22 ਨੂੰ ਜਦੋਂ ਆਪਾਂ 3 ਨਾਲ ਭਾਗ ਕਰਦੇ ਹਾਂ ਤਾਂ ਕੀ ਹੈ 22 3 ਨਾਲ ਭਾਗ ਨਹੀਂ ਹੁੰਦਾ, ਇਸ ਲਈ 22 ਜੋ ਹੈ 6 ਨਾਲ ਡਿਵਾਈਡ ਨਹੀਂ ਹੋ ਸਕਦਾ। ਆਪਾਂ ਦੋਨਾਂ ਨੂੰ ਚੈੱਕ ਕਰਕੇ ਦੇਖਾਂਗੇ। ਇੱਕ ਐਗਜ਼ਾਮਪਲ ਹੋਰ ਲੈਂਦੇ ਹਾਂ 6 ਨੂੰ ਡਿਵਾਈਡ ਕਰਨ ਲਈ। ਕੋਈ ਵੀ ਅੰਕ ਬੋਲ ਦੋ ਤੁਸੀਂ, ਮੰਨ ਕੇ ਚੱਲੋ 918 ਹੈ, ਮੰਨ ਕੇ ਚੱਲੋ 918 ਹੈ, 918 ਨੂੰ ਅਗਰ ਆਪਾਂ 2 ਨਾਲ ਡਿਵਾਈਡ ਕਰਾਂਗੇ ਤਾਂ 2 ਨਾਲ ਹੋ ਜਾਏਗਾ ਕਿਉਂਕਿ ਪਿੱਛੇ ਕੀ ਹੈ 8 ਆ ਰਿਹਾ। ਠੀਕ ਹੈ। 918 ਨੂੰ ਅਗਰ ਆਪਾਂ 3 ਨਾਲ ਡਿਵਾਈਡ ਕਰਕੇ ਦੇਖਣਾ ਹੈ, 3 ਨੂੰ ਡਿਵਾਈਡ ਕਰਨ ਦੀ ਕੀ ਟ੍ਰਿਕ ਹੈ? 9 + 1 + 8, ਇਹ ਕੀ ਹੈ 9 9 18, 18 ਕੀ ਹੈ 3 ਦੇ ਟੇਬਲ ਤੇ ਆ ਰਿਹਾ, ਸੋ 3 ਨਾਲ ਵੀ ਡਿਵਾਈਡ ਹੋ ਰਿਹਾ, ਇਸ ਲਈ 2 ਨਾਲ ਵੀ ਡਿਵਾਈਡ ਹੋ ਰਿਹਾ ਔਰ 3 ਨਾਲ ਵੀ ਡਿਵਾਈਡ ਹੋ ਰਿਹਾ। ਸੋ ਇਹ 918 ਕੀ ਹੈ 6 ਨਾਲ ਵੀ ਡਿਵਾਈਡ ਹੋਏਗਾ। 918 ਕੀ ਹੈ 6 ਨਾਲ ਵੀ ਡਿਵਾਈਡ ਹੋਏਗਾ।
ਸੋ ਇਹ 6 ਨਾਲ ਡਿਵਾਈਡ ਕਰਨ ਦੀ ਟ੍ਰਿਕ ਹੈ। ਓਕੇ, ਫਿਰ ਆਪਾਂ 8 ਨਾਲ ਡਿਵਾਈਡ ਕਰਨ ਦੀ ਯੋਗਤਾ ਦੇਖਦੇ ਹਾਂ ਕਿ ਕੋਈ ਸੰਖਿਆ 8 ਨਾਲ ਡਿਵਾਈਡ ਹੋਣ ਯੋਗ ਹੈ ਜਾਂ ਨਹੀਂ। 4 ਨਾਲ ਡਿਵਾਈਡ ਹੋਣ ਦੀ ਯੋਗਤਾ ਕੀ ਹੈ? 3 ਤੋਂ ਜ਼ਿਆਦਾ ਅੰਕਾਂ ਦੀ ਸੰਖਿਆ ਹੋਣੀ ਚਾਹੀਦੀ ਹੈ। 8 ਨਾਲ ਡਿਵਾਈਡ ਕਰਨ ਦੀ ਕੀ ਯੋਗਤਾ ਹੈ? 4 ਜਾਂ 4 ਤੋਂ ਜ਼ਿਆਦਾ ਅੰਕਾਂ ਦੀ ਸੰਖਿਆ ਹੋਣੀ ਜ਼ਰੂਰੀ ਹੈ। 3 ਅੰਕਾਂ ਦੀ ਸੰਖਿਆ ਹੋਏਗੀ ਤਾਂ ਆਪਾਂ 8 ਨਾਲ ਡਿਵਾਈਡ ਡਾਇਰੈਕਟ ਕਰ ਸਕਦੇ ਹਾਂ, ਉਹਨੂੰ ਡਾਇਰੈਕਟ ਜੋ ਹੈ ਡਿਵਾਈਡ ਕਰਕੇ ਈਜ਼ੀਲੀ ਦੇਖ ਸਕਦੇ ਹਾਂ। ਲੇਕਿਨ 4 ਅੰਕਾਂ ਦੀ ਸੰਖਿਆ ਨੂੰ ਡਿਵਾਈਡ ਕਰਨ ਤੇ ਜੋ ਹੈ ਟਾਈਮ ਜ਼ਿਆਦਾ ਲੱਗੇਗਾ। ਇਸ ਲਈ ਕੀ ਹੁੰਦਾ ਕਿ ਅਖੀਰਲੇ ਜੋ 3 ਅੰਕ ਹੋਣਗੇ ਉਹਨਾਂ ਤੋਂ ਜੋ ਜੇਕਰ ਬਣੀ ਹੋਈ ਸੰਖਿਆ 8 ਨਾਲ ਡਿਵਾਈਡ ਹੋਏਗੀ ਤਾਂ ਕੀ ਹੈ, ਉਹ ਸੰਖਿਆ ਜੋ ਹੈ 8 ਨਾਲ ਡਿਵਾਈਡ ਹੋ ਸਕਦੀ ਹੈ। ਜਿਵੇਂ ਇੱਕ ਐਗਜ਼ਾਮਪਲ ਦਿੱਤੀ ਹੋਈ ਹੈ 2104। 2104 ਦੇ ਵਿੱਚ ਅਖੀਰਲੇ 3 ਅੱਖਰ ਕੀ ਨੇ? 104। 104 ਜੋ ਹੈ 8 ਨਾਲ ਡਿਵਾਈਡ ਹੁੰਦਾ ਹੈ, ਤਾਂ ਮਤਲਬ ਕੀ ਹੈ 121 ਜੋ ਹੈ 8 ਨਾਲ ਡਿਵਾਈਡ ਹੋਏਗਾ। ਠੀਕ ਹੈ, ਇਵੇਂ ਹੀ 9 ਨਾਲ ਭਾਗ ਯੋਗਤਾ ਦੇਖਦੇ ਹਾਂ। 9 ਨਾਲ ਭਾਗਯੋਗ ਹੋਣ ਦੀ ਕੀ ਯੋਗਤਾ ਹੈ, ਕੀ ਟ੍ਰਿਕ ਹੈ? ਕੋਈ ਵੀ ਦਿੱਤੀ ਹੋਈ ਅੰਕਾਂ ਦੀ ਸੰਖਿਆ ਦਾ ਜੋੜ ਕੀ ਹੋਣਾ ਚਾਹੀਦਾ? 9 ਹੋਣਾ ਚਾਹੀਦਾ। ਜਿਵੇਂ ਆਪਾਂ 3 ਨੂੰ ਕੀ ਕੀਤਾ ਸੀ, ਸਾਰੇ ਅੱਖਰਾਂ ਨੂੰ ਜੋੜ ਕੇ ਦੇਖਿਆ ਸੀ, ਉਵੇਂ ਹੀ 9 ਦੇ ਨਾਲ ਕੀ ਹੈ, 9 ਦੇ ਨਾਲ ਵੀ ਉਵੇਂ ਹੀ ਹੋ ਰਿਹਾ। ਜਿਵੇਂ ਮੰਨ ਕੇ ਚੱਲੋ ਆ ਅੰਕ ਦਿੱਤਾ ਹੋਇਆ ਹੈ 4608। 4608 ਨੂੰ ਕੀ ਕਰਾਂਗੇ? ਪਲੱਸ ਆਪਾਂ ਸਾਰੀਆਂ ਸੰਖਿਆਵਾਂ ਨੂੰ ਜੋੜ ਦਾਂਗੇ। ਪਹਿਲਾਂ ਕੀ ਕਰਾਂਗੇ? 4 + 6 ਕਰਾਂਗੇ, ਪਲੱਸ 0 ਕਰਾਂਗੇ, ਪਲੱਸ 8 ਕਰਾਂਗੇ। ਕੀ ਆ ਰਿਹਾ? 18 ਆ ਰਿਹਾ। 18 ਕੀ ਹੈ? 9 ਨਾਲ ਡਿਵਾਈਡ ਹੋ ਰਿਹਾ, ਕਿਉਂਕਿ 9 ਨੂੰ ਜਦੋਂ ਆਪਾਂ 18 ਨੂੰ 9 ਨਾਲ ਡਿਵਾਈਡ ਕਰਦੇ ਹਾਂ 2 ਆਉਂਦਾ ਹੈ। ਠੀਕ ਹੈ, ਇਸ ਲਈ ਕੀ ਹੈ, ਇਹ ਸੰਖਿਆ ਜੋ 4608 ਹੈ ਉਹ 9 ਨਾਲ ਡਿਵਾਈਡ ਹੋਣ ਯੋਗ ਹੈ। ਇੱਕ ਹੋਰ ਐਗਜ਼ਾਮਪਲ ਹੈ 5283। ਇਹਨੂੰ ਜਦੋਂ ਆਪਾਂ ਐਡ ਕਰਦੇ ਹਾਂ ਤੇ ਇਹ ਵੀ ਕੀ ਹੈ? 18 ਆਉਂਦਾ ਹੈ। 18 ਕੀ ਹੈ? 18 9 ਨਾਲ ਡਿਵਾਈਡ ਹੁੰਦਾ ਹੈ, ਇਸ ਲਈ 5283 ਕੀ ਹੈ? 9 ਨਾਲ ਡਿਵਾਈਡ ਹੁੰਦੀ ਹੈ। ਓਕੇ, ਫਿਰ 11 ਲਈ ਮੈਕਸਿਮਮ ਪੁੱਛਿਆ ਜਾਂਦਾ ਹੈ ਕੁਐਸਚਨ ਕਿ ਕੋਈ ਸੰਖਿਆ ਦੱਸੋ ਕਿ 11 ਨਾਲ ਡਿਵਾਈਡ ਹੋਣ ਯੋਗ ਹੈ ਜਾਂ ਨਹੀਂ, ਕਿਉਂਕਿ 11 ਲਈ ਰੂਲ ਜੋ ਹੈ ਉਹ ਥੋੜਾ ਜਿਹਾ ਇਹਨਾਂ ਤੋਂ ਹਟ ਕੇ ਹੈ ਸਭ ਤੋਂ। ਦੇਖੋ 11 ਲਈ ਕੀ ਰੂਲ ਹੈ। ਸਭ ਤੋਂ ਪਹਿਲਾਂ ਕੀ ਹੋਣਾ ਚਾਹੀਦਾ ਹੈ ਕਿ ਕਿਸੇ ਵੀ ਸੰਖਿਆ ਦੀ 11 ਨਾਲ ਭਾਗ ਯੋਗਤਾ ਦੀ ਜਾਂਚ ਕਰਨ ਲਈ ਆਪਾਂ ਕੀ ਕਰਦੇ ਹਾਂ? ਸੱਜੇ ਪਾਸੇ ਤੋਂ ਸ਼ੁਰੂ ਕਰਦੇ ਹਾਂ। ਜੋ ਟਾਕ ਅੰਕ ਨੇ ਉਹਨਾਂ ਨੂੰ ਜੋੜਦੇ ਹਾਂ ਪਹਿਲਾਂ, ਫਿਰ ਕੀ ਕਰਦੇ ਹਾਂ? ਜਿਸ ਅੰਕ ਦੇ ਸਥਾਨਾਂ ਤੇ ਜੋ ਅੰਕ ਨੇ ਉਹਨਾਂ ਨੂੰ ਜੋੜਦੇ ਹਾਂ। ਜੇਕਰ ਉਹਨਾਂ ਦਾ ਅੰਤਰ 0 ਆਏ ਜਾਂ 11 ਨਾਲ ਭਾਗਯੋਗ ਹੋਣ ਹੋਏ ਤਾਂ ਉਹ ਸੰਖਿਆ ਕੀ ਹੈ? 11 ਨਾਲ ਡਿਵਾਈਡ ਹੁੰਦੀ ਹੈ। ਇੱਕ ਐਗਜ਼ਾਮਪਲ ਲੈਂਦੇ ਹਾਂ, ਜਿਵੇਂ 1331 ਹੈ। ਇਹਦੇ ਵਿੱਚ ਟਾਕ ਅੰਕ ਕੀ ਹੈ? ਸਭ ਤੋਂ ਪਹਿਲਾਂ 1 ਹੈ, ਫਿਰ 3 ਹੈ। ਸਭ ਤੋਂ ਪਹਿਲਾਂ 1 ਹੈ, ਫਿਰ 3 ਹੈ। ਇਹਨਾਂ ਦਾ ਜੋੜ ਕਿੰਨਾ ਹੈ? 1 + 3 ਕਿੰਨਾ ਹੈ? 4। ਦੂਸਰੇ ਕੀ ਹੈ? ਉਹਨਾਂ ਨੇ ਕੀ ਦੱਸਿਆ? ਜਿਸ ਸਥਾਨਾਂ ਤੇ ਅੰਕ ਜੋੜਨੇ। ਜਿਸ ਤੇ 3 ਹੈ, ਦੂਸਰਾ ਜਿਸ ਤੇ ਦੂਸਰਾ ਕੀ ਹੈ? 3 ਹੈ ਔਰ 1 ਹੈ। ਇਹਦਾ ਜੋੜ ਵੀ 4 ਹੈ। ਜਦੋਂ ਆਪਾਂ ਇਹ 4 ਨੂੰ 4 ਨਾਲ ਮਾਈਨਸ ਕਰਾਂਗੇ ਤਾਂ 0 ਆਏਗਾ। ਇਹ ਸੰਖਿਆ ਕੀ ਹੋਏਗੀ? 11 ਨਾਲ ਡਿਵਾਈਡ ਹੋ ਸਕਦੀ ਹੈ। ਓਕੇ, ਇਵੇਂ ਹੀ ਇੱਕ ਦੂਸਰੀ ਸੰਖਿਆ ਦਿੱਤੀ ਹੋਈ ਹੈ ਜੋ ਹੈ 61809। ਠੀਕ ਹੈ, ਇਹਦੇ ਵਿੱਚ ਕੀ ਹੈ? 9 ਜੋ ਹੈ ਟਾਕ ਅੰਕ ਹੈ ਔਰ 8 ਜੋ ਹੈ ਟਾਕ ਅੰਕ ਹੈ ਔਰ ਫਿਰ ਕੀ ਹੈ? 6 ਜੋ ਹੈ ਟਾਕ ਅੰਕ ਹੈ। ਇਹਨਾਂ ਦਾ ਜੋੜ ਕੀਤਾ ਹੋਇਆ 23 ਆ ਰਿਹਾ। ਓਕੇ, ਫਿਰ ਜਿਸ ਅੰਕ ਦੇ ਵਿੱਚ ਕੀ ਹੈ? 0 ਔਰ 1 ਹੈ, ਇਹਦਾ ਕੀ ਹੈ? ਜੋੜ 1 ਹੈ। ਜਦੋਂ ਆਪਾਂ ਇਹਨਾਂ ਨੂੰ ਮਾਈਨਸ ਕਰਕੇ ਦੇਖਦੇ ਹਾਂ ਤਾਂ 22 ਹੈ। 22 ਕੀ ਹੈ? 11 ਨਾਲ ਡਿਵਾਈਡ ਹੋ ਰਿਹਾ ਹੈ, ਇਸ ਲਈ ਇਹ ਸੰਖਿਆ ਕੀ ਹੈ? 11 ਨਾਲ ਡਿਵਾਈਡ ਹੋ ਸਕਦੀ ਹੈ। ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਸਾਂਝਾ ਗੁਣਨਖੰਡ। ਕਾਮਨ ਫੈਕਟਰ ਕੀ ਹੁੰਦੇ ਆ? ਕਾਮਨ ਫੈਕਟਰ ਉਹ ਹੁੰਦੇ ਆ ਜੋ ਦੋ ਸੰਖਿਆਵਾਂ ਜਾਂ ਜਿਨ੍ਹਾਂ ਵਿੱਚ ਇੱਕ ਹੀ ਗੁਣਨਖੰਡ ਸਾਂਝਾ ਹੋਏ ਉਸ ਨੂੰ ਕਹਿੰਦੇ ਆ ਸਹਿ ਅਭਾਜ ਸੰਖਿਆਵਾਂ। ਕੀ ਕਹਿੰਦੇ ਆ? ਸਹਿ ਅਭਾਜ ਸੰਖਿਆਵਾਂ ਮਤਲਬ ਕੋ ਪ੍ਰਾਈਮ ਨੰਬਰ। ਜੋ ਸੰਖਿਆਵਾਂ ਜਿਨ੍ਹਾਂ ਵਿੱਚ ਸਿਰਫ ਇੱਕ ਹੀ ਸਾਂਝਾ ਗੁਣਨਖੰਡ ਹੋਏ, ਸਿਰਫ ਇੱਕ ਹੀ ਸਾਂਝਾ ਗੁਣਨਖੰਡ ਹੋਏ, ਉਹਨਾਂ ਨੂੰ ਕੀ ਕਹਿੰਦੇ ਆ? ਕੋ ਪ੍ਰਾਈਮ ਨੰਬਰ। ਇਹ ਕੁਐਸਚਨ ਪਿਛਲੀ ਵਾਰੀ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਸੀ। ਕੋ ਪ੍ਰਾਈਮ ਨੰਬਰ ਕਿਹੜੇ ਹੁੰਦੇ ਆ? ਜਿਨ੍ਹਾਂ ਵਿੱਚ ਸਿਰਫ ਇੱਕ ਹੀ ਸਾਂਝਾ ਗੁਣਨਖੰਡ ਹੋਏ। ਫੋਰ ਐਗਜ਼ਾਮਪਲ 14 ਔਰ 15। 14 ਔਰ 15 ਦੇ ਵਿੱਚ ਸਿਰਫ ਇੱਕ ਹੀ ਸਾਂਝਾ ਗੁਣਨਖੰਡ ਹੈ। ਠੀਕ ਹੈ, 4 ਦੇ ਗੁਣਨਖੰਡ ਇੱਕ ਐਗਜ਼ਾਮਪਲ ਹੋਰ ਦੇਖਦੇ ਹਾਂ। 4 ਦੇ ਗੁਣਨਖੰਡ ਦੇ ਵਿੱਚ ਕੀ ਕਿਹੜੇ ਕਿਹੜੇ ਗੁਣਨਖੰਡ ਆ? 1 2 ਔਰ 4। 18 ਦੇ ਗੁਣਨਖੰਡ ਕਿਹੜੇ ਕਿਹੜੇ ਆ? 1 2 3 6 9 8 18। ਇਹ ਕੀ ਆ? ਇਹਨਾਂ ਦੇ ਵਿੱਚ ਦੋ ਸਾਂਝੇ ਗੁਣਨਖੰਡ ਆ ਰਿਹਾ। ਪਹਿਲਾ 1 ਹੈ ਔਰ ਦੂਸਰਾ 2 ਹੈ। ਇਹ ਕੀ ਆ? ਸਾਂਝੇ ਗੁਣਨਖੰਡ ਆ। ਇਹਨਾਂ ਨੂੰ ਕੀ ਕਹਿੰਦੇ ਆ?
ਕਾਮਨ ਫੈਕਟਰ। ਸੋ ਬਾਕੀ ਆਪਾਂ ਕੱਲ ਦੇਖਾਂਗੇ। ਇੱਕ ਹੋਰ ਦੱਸਦਾ, ਜੋ ਸਾਂਝੇ ਮਲਟੀਪਲ ਲਿਖੇ ਹੋਏ ਆ, ਸਾਂਝੇ ਗੁਣਜ ਲਿਖੇ ਹੋਏ ਆ, ਉਹ ਕਿਹੜੇ ਕਿਹੜੇ ਹੁੰਦੇ ਆ, ਇਹਨਾਂ ਤੇ ਵੀ ਕੁਐਸਚਨ ਆਸਕਦਾ। 4 ਔਰ 6 ਦੇ ਵਿੱਚੋਂ ਅਗਰ ਤੁਹਾਨੂੰ ਪੁੱਛ ਲਿਆ ਜਾਏ ਕਿ ਇਹਨਾਂ ਦੇ ਸਾਂਝੇ ਗੁਣਨਖੰਡ ਕਿਹੜੇ ਕਿਹੜੇ ਆ, ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਕਿ ਗੁਣਜ ਕਿਹੜੇ ਕਿਹੜੇ ਹੁੰਦੇ ਆ। ਇੱਕ ਤਾਂ ਉਹ ਸੰਖਿਆ ਹੁੰਦੀ ਹੈ, ਔਰ ਇੱਕ ਹੁੰਦੇ ਟੇਬਲ ਦੇ ਵਿੱਚ ਜਿਹੜੇ ਜਿਹੜੇ ਹੁੰਦੇ ਆ। ਜਿਵੇਂ 4 ਦੇ ਟੇਬਲ ਦੇ ਵਿੱਚ 8 ਆ ਰਿਹਾ, 12 ਆ ਰਿਹਾ, 6 16 ਆ ਰਿਹਾ, 20 ਆ ਰਿਹਾ। ਇਵੇਂ 6 ਦੇ ਵਿੱਚ ਕਿਹੜੇ ਕਿਹੜੇ ਗੁਣਨਖੰਡ ਹੋਣਗੇ, 6 ਦੇ ਟੇਬਲ ਵਾਲੇ। ਠੀਕ ਹੈ, ਇਹਨਾਂ ਦੇ ਸਾਂਝੇ ਗੁਣਨਖੰਡ ਕਿਹੜੇ ਕਿਹੜੇ ਹੋਣਗੇ। ਦੋਨਾਂ ਦੇ ਵਿੱਚ ਇੱਕ ਤਾਂ 12 ਕਾਮਨ ਆ ਰਿਹਾ। ਠੀਕ ਹੈ, 12 ਦੇ ਫਿਰ ਗੁਣਨਖੰਡ ਕੌਣ ਹੋਣਗੇ, 24 ਹੋਏਗਾ, 36 ਹੋਏਗਾ। ਠੀਕ ਹੈ, ਇਹ ਕੀ ਆ, ਇਹਨਾਂ ਦੇ ਗੁਣਨਖੰਡ ਜੋ ਆ ਕਾਮਨ ਗੁਣਨਖੰਡ ਆ, ਸਾਂਝੇ ਗੁਣਨਖੰਡ ਆ। ਕਿਸੇ ਨੂੰ ਕੋਈ ਡਾਊਟ ਹੈ ਤਾਂ ਉਹ ਪੁੱਛ ਸਕਦਾ, ਸਿਰਫ 3 ਮਿੰਟ ਆ। ਹੈਂਡ ਰੇਜ਼ ਕਰ ਲਿਓ